ਜੋ ਅੱਜ ਸਭ ਸੰਗਤਾਂ ਜੋ ਇੱਕੋ ਓਂਕਾਰ ਸੇਵਾ ਕਰ ਰੌੜੀਆਂ ਹੁਸ਼ਿਆਰਪੁਰ ਨਾਲ ਇਸ ਇੱਕੋ ਓਂਕਾਰ ਐਪ ਦੇ ਮਾਧਿਅਮ ਰਾਹੀਂ ਜੁੜੀਆਂ ਹਨ। ਮਹਾਰਾਜ ਦੀ ਬਾਣੀ ਵਿੱਚੋਂ ਸ਼ਬਦ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਸਭਨਾਂ ਨੂੰ ਇੱਕ ਵਾਰ ਫੇਰ ਦੋਵੇਂ ਹੱਥ ਜੋੜ ਕੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਦੇ ਅਜੋਕੇ ਸਮੇਂ ਦੇ ਵਿੱਚ ਗੁਰਬਾਣੀ ਹੀ ਇੱਕ ਅਜਿਹਾ ਚਾਨਣ ਮਨਾਰਾ ਹੈ ਜਿਸ ਦੇ ਰਾਹੀਂ ਜਿਸ ਨੂੰ ਅਸੀਂ ਸਰਵਣ ਕਰਵਾ ਕੇ ਇਸ ਸੰਸਾਰ ਦੇ ਵਿੱਚ ਜਿਹੜੀਆਂ ਕੁਰੀਤੀਆਂ, ਇਸ ਸੰਸਾਰ ਦੇ ਵਿੱਚ ਜਿਹੜੀ ਸਾਡੀ ਭੱਜ ਦੌੜ, ਜਿਹਦੇ ਵਿੱਚ ਇਨਸਾਨ ਫਸਿਆ ਤੇ ਆਪਣੇ ਆਪ ਨੂੰ ਜੋ ਦੁਖੀ ਮਹਿਸੂਸ ਕਰਦਾ ਹੈ, ਉਸ ਤੋਂ ਅਸੀਂ ਇਹ ਰਾਹਤ ਦਵਾ ਸਕਦੇ ਹਾਂ ਜਾਂ ਰਾਹਤ ਲੈ ਸਕਦੇ ਹਾਂ। ਕਿਉਂਕਿ ਆਪਾਂ ਵੇਖਦੇ ਹਾਂ ਕਿ ਸਾਰਾ ਸੰਸਾਰ ਇਸ ਦੌੜ ਵਿੱਚ ਲੱਗਿਆ ਹੋਇਆ ਹੈ ਕਿ ਵੱਧ ਤੋਂ ਵੱਧ ਜਿਹੜੀ ਮਾਇਆ ਹੈ ਉਹ ਇਕੱਠੀ ਕੀਤੀ ਜਾ ਸਕੇ। ਪਰ ਮਾਇਆ ਜਿਹੜੀ ਹੈ ਉਹ ਇਨਸਾਨ ਦੇ ਨਾਲ ਨਹੀਂ ਜਾਂਦੀ। ਨਾਲ ਕੀ ਜਾਣਾ ਹੈ? ਨਾਲ ਜਾਣਾ ਹੈ ਨਾਮ, ਨਾਲ ਜਾਣਾ ਹੈ ਇਨਸਾਨ ਦੇ ਜੋ ਉਹਦੇ ਕੀਤੇ ਹੋਏ ਕਰਮ, ਭਾਵ ਚੰਗੇ ਕਰਮ। ਇਸ ਸੰਸਾਰ 'ਚ ਵਿਚਰਦਿਆਂ ਕਿਸੇ ਦੇ ਭਲੇ ਦੇ ਕਰਮ, ਕਿਸੇ ਦੇ ਕੰਮ ਆਉਣ ਦੇ ਕਰਮ, ਇਸ ਸੰਸਾਰ ਨੂੰ ਚੰਗੀ ਸੇਧ ਦੇਣ ਦੇ ਕਰਮ, ਇਹ ਚੀਜ਼ਾਂ ਜਿਹੜੀਆਂ ਹਨ ਉਹ ਸੰਸਾਰ ਵਿੱਚ ਬੰਦੇ ਦੇ, ਇਨਸਾਨ ਦੇ ਇੱਥੋਂ ਜਾਣ ਤੋਂ ਬਾਅਦ ਵੀ ਜਿਹੜੀਆਂ ਹਨ ਉਹ ਬੰਦੇ ਦੀ ਯਾਦਾਸ਼ਤ ਜਿਹੜੀਆਂ ਉਹ ਬਣੀਆਂ ਰਹਿੰਦੀਆਂ ਹਨ। ਕਰਮ ਤੇ ਕੋਈ ਵੀ ਜੇ ਕੋਈ ਮਾੜਾ ਕਰਮ ਕਰਦਾ ਤੇ ਉਹਦੀ ਮਾੜੇ ਕਰਮਾਂ ਦੀ ਯਾਦ ਵੀ ਰਹਿੰਦੀ, ਪਰ ਜਿਹੜੀ ਸੇਧ ਦੇਣ ਵਾਲੇ, ਬੰਦੇ ਨੂੰ ਸਕੂਨ ਦੇਣ ਵਾਲੇ, ਸੰਸਾਰ ਨੂੰ ਸੇਧ ਦੇਣ ਵਾਲੇ ਜਿਹੜੇ ਚੰਗੇ ਕਰਮ ਹਨ, ਉਹਨਾਂ ਦੇ ਵਿੱਚ ਜੇਕਰ ਆਪਾਂ ਧਿਆਨ ਦੇ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਸਿਧਾਂਤਾਂ ਨੂੰ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਆ ਕੇ ਸਾਨੂੰ ਜੋ ਸਿਧਾਂਤ ਬਖਸ਼ਿਸ਼ ਕਰਦੇ ਹਨ, ਉਹ ਸਿਧਾਂਤ ਅੱਜ ਦੁਨੀਆ ਦੇ ਵਿੱਚ ਪ੍ਰਚਲਿਤ ਹੈ। ਉਸ ਸਿਧਾਂਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸਾਰਾ ਸੰਸਾਰ ਅੱਜ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰ ਰਿਹਾ ਹੈ। ਜੇ ਆਪਾਂ ਉਹਨਾਂ ਦੇ ਸਿਧਾਂਤ ਨੂੰ ਵੇਖੀਏ, ਜੋ ਉਹਨਾਂ ਨੇ ਸਾਨੂੰ ਵਿਰਸੇ ਵਿੱਚ ਅਪਣਾਉਣ ਵਾਸਤੇ ਕਿਹਾ, ਤੇ ਮੁੱਖ ਤੇ ਮੂਲ ਰੂਪ ਦੇ ਵਿੱਚ ਉਹਨਾਂ ਨੇ ਸਾਨੂੰ 3 ਸਿਧਾਂਤ ਜੀਵਨ ਦੇ ਜਿਹੜੇ ਹਨ ਉਹ ਵਡਮੁੱਲੇ ਦਿੱਤੇ ਹਨ। ਜੇਕਰ ਇਹ ਕੋਈ ਵੀ ਇਨਸਾਨ ਇਹ 3 ਜਿਹੜੇ ਸਿਧਾਂਤ ਹਨ, ਜੀਵਨ ਦੇ ਸਿਧਾਂਤ, ਆਪਣੇ ਮਨ ਦੇ ਵਿੱਚ ਵਸਾ ਕੇ ਇਹਨਾਂ ਦਾ ਧਾਰਨੀ ਬਣ ਕੇ ਆਪਣੇ ਜੀਵਨ ਨੂੰ ਜਿਉਣ ਦੀ ਕੋਸ਼ਿਸ਼ ਕਰੇ, ਤਾਂ ਮੇਰਾ ਮੰਨਣਾ ਹੈ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਦਿੱਤੇ ਹੋਏ ਸਿਧਾਂਤ ਸਾਨੂੰ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਕਰਨਗੇ। ਸਾਡਾ ਲੋਕ ਤੇ ਪਰਲੋਕ ਜਿਹੜਾ ਹੈ ਦੋਵੇਂ ਹੀ ਸਵਰ ਜਾਣਗੇ। ਮੂਲ ਰੂਪ ਵਿੱਚ ਉਹਨਾਂ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਇਹ ਮੁੱਖ ਤੌਰ ਤੇ 3 ਸਿਧਾਂਤ ਜੀਵਨ ਦੇ ਸਾਨੂੰ ਉਹਨਾਂ ਨੇ ਬਖਸ਼ਿਸ਼ ਕੀਤੇ। ਇਹਨਾਂ ਦੇ ਧਾਰਨੀ ਹੋਣ ਦਾ ਸਾਨੂੰ ਜੋ ਉਪਦੇਸ਼ ਤੇ ਸੰਦੇਸ਼ ਦਿੱਤਾ। ਇਹ ਵੱਖਰੀ ਗੱਲ ਹੈ ਕਿ ਇਨਸਾਨ
ਆਪਣੇ ਤੌਰ ਤੇ ਵੀ ਆਪਣੇ ਸਿਧਾਂਤ ਬਣਾ ਲੈਂਦਾ, ਆਪਣੇ ਮਤਲਬ ਦੇ ਮੁਤਾਬਕ ਹੀ ਆਪਣਾ ਕਰਮ ਕਰਨਾ ਸ਼ੁਰੂ ਕਰ ਦਿੰਦਾ। ਪਰ ਕੋਈ ਵੀ ਆਪਾਂ ਵੇਖਦੇ ਹਾਂ ਕਿ ਜਦੋਂ ਸਿਧਾਂਤ ਤੋਂ ਪਰੇ ਹਟ ਕੇ ਜੋ ਸੰਸਾਰ ਨੂੰ ਆਮ ਕਰਕੇ ਕਹਾਵਤ ਹੈ ਕਿ ਖਾਈਏ ਮਨ ਭਾਉਂਦਾ, ਹੰਢਾਈਏ ਜੱਗ ਭਾਉਂਦਾ, ਪ੍ਰਚਲਿਤ ਕਹਾਵਤਾਂ ਜੀਵਨ ਦੇ ਵਿੱਚ ਜੇਕਰ ਆਪਾਂ ਧਾਰਨੀ ਬਣਨਾ ਹੈ, ਜਿਵੇਂ ਸਭ ਤੋਂ ਪਹਿਲਾਂ ਸਿਧਾਂਤ ਉਹਨਾਂ ਸਾਨੂੰ ਦਿੱਤਾ ਕਿ ਕਿਰਤ ਕਰਨੀ। ਸੰਸਾਰ ਦੇ ਵਿੱਚ ਜਦੋਂ ਉਹਨਾਂ ਨੇ ਇਹ ਵੇਖਿਆ ਕਿ ਬਹੁਤ ਸਾਰੀ ਦੁਨੀਆ ਇਹੋ ਜਿਹੀ ਕਿ ਘਰਾਂ ਤੋਂ ਕੰਮ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ, ਜੰਗਲਾਂ 'ਚ ਰੱਬ ਨੂੰ ਲੱਭਣਾ, ਵਿਹਲੇ ਰਹਿਣਾ, ਇੱਧਰੋਂ ਉੱਧਰੋਂ ਮੰਗ ਕੇ ਖਾ ਲੈਣਾ, ਕਿਰਤ ਕਰਨੀ ਨਹੀਂ, ਤੇ ਫਿਰ ਉਲਾਮਾ ਜਿਹੜਾ ਹੈ ਉਹ ਪਰਮਾਤਮਾ ਨੂੰ ਦੇਣਾ ਕਿ ਸਾਡੇ ਜਹਾਲਤ ਤੇ ਗਰੀਬੀ ਜਿਹੜੀ ਹੈ ਉਹ ਦੂਰ ਨਹੀਂ ਹੁੰਦੀ। ਪਰਮਾਤਮਾ ਨੇ ਸਾਨੂੰ ਆਪਣੇ ਸਰੂਪ ਵਿੱਚ ਬਣਾ ਕੇ ਸੰਸਾਰ 'ਚ ਭੇਜਿਆ, ਸਾਰੀ ਸੋਝੀ ਬਖਸ਼ੀ, ਹੱਥ ਪੈਰ ਨੱਕ ਕੰਨ ਇਹ ਦਿਮਾਗ, ਸੰਸਾਰ ਵਿੱਚ ਵਿਚਰਨ ਵਾਸਤੇ ਸਾਡਾ ਸਰੂਪ ਸਰੀਰ ਉਸ ਨਿਰੰਕਾਰ ਨੇ ਆਪਣੀ ਕਿਰਦਾਰੀ ਵਿੱਚ ਰਚ ਕੇ ਆਪਣੀ ਜੋਤ ਨੂੰ ਹੀ ਇਸ ਸੰਸਾਰ ਦੇ ਵਿੱਚ ਇਨਸਾਨ ਦੇ ਰੂਪ ਵਿੱਚ ਭੇਜਿਆ। ਨਾਲ ਹੀ ਸਾਨੂੰ ਜਦੋਂ ਅਸੀਂ ਵੱਖਰੇ ਵੱਖਰੇ ਕਿਰਤ ਕਰਨ ਦੇ ਵੱਖਰੇ ਵੱਖਰੇ ਕੰਮ ਕਰਦੇ ਹਾਂ ਤੇ ਫਿਰ ਹੀ ਗੁਰਬਾਣੀ 'ਚ ਸਾਨੂੰ ਇਹ ਸੁਣਨ ਨੂੰ ਉਪਦੇਸ਼ ਮਿਲਦਾ ਹੈ ਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਲੱਗਾ ਕਿਤ ਕਫਕੜੇ, ਤੇਰੀ ਮੁੱਖ ਦੀ ਚੱਲੀ ਰਹਿਣ। ਕਫਕੜੇ ਭਾਵ ਜਿਹੜਾ ਕੰਮ ਤੇਰੇ ਕੰਮ ਕਰਨ ਵਾਲਾ ਨਹੀਂ ਸੀ, ਤੂੰ ਉਹ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਵੇਲਣਾ ਜਾਂ ਆਲਸੀਆਂ ਦਾ ਘਰ ਨਹੀਂ ਹੈ, ਸਗੋਂ ਗੁਰੂ ਨਾਨਕ ਦਾ ਘਰ ਤਾਂ ਉਦਮੀਆਂ ਅਤੇ ਕਿਰਤੀਆਂ ਦਾ ਘਰ ਹੈ। ਜੇ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਨੂੰ ਆਪਾਂ ਵੇਖੀਏ, ਉਹਨਾਂ ਨੂੰ ਸੱਚਾ ਸੌਦੇ ਦੀ ਕਿਰਤ ਸ਼ੁਰੂ ਤੋਂ ਲੈ ਕੇ 13 ਤੋਲਣਾ, ਭਾਵੇਂ ਕਿ ਇਹ ਸਾਰਾ ਕੁਛ ਕਿਰਤ ਉਹਨਾਂ ਦੇ ਪਿਤਾ ਜੀ ਵੱਲੋਂ ਕਰਨ ਲਈ ਕਿਹਾ ਗਿਆ, ਕਿਉਂਕਿ ਕਿਰਤ ਕਰਨੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਤ ਜਿਹੜੀ ਸੀ ਉਹ ਆਪ ਕਿਰਤ ਕਰਕੇ ਆਪਣੇ ਆਪ ਨੂੰ ਜਾਂ ਘਰ ਨੂੰ ਸਵਾਰਨ ਵਾਸਤੇ, ਜਿੱਦਾਂ ਆਮ ਕਰਕੇ ਅਸੀਂ ਸੰਸਾਰੀ ਜੀਵ ਕਰਦੇ ਹਾਂ, ਉਹ ਨਹੀਂ ਸੀ। ਕਿਉਂਕਿ ਉਹਨਾਂ ਦੇ ਪਿਤਾ ਜੀ ਇਹ ਨਹੀਂ ਸਮਝ ਸਕੇ ਸਨ ਬਚਪਨ ਵਿੱਚ ਕਿ ਗੁਰੂ ਨਾਨਕ ਤਾਂ ਇਲਾਹੀ ਰੂਪ ਹਨ, ਇਸ ਸੰਸਾਰ ਨੂੰ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਜਾਚ ਸਿਖਾਉਣ ਵਾਸਤੇ ਆਏ ਹਨ, ਨਾ ਕਿ ਇੱਕ ਘਰ ਵਿੱਚ ਰਹਿ ਕੇ ਕਿਰਤ ਕਰਕੇ ਮਾਂ ਪਿਓ ਨੂੰ ਖੁਸ਼ ਕਰਨਾ ਜਾਂ ਆਪਣੇ ਪਰਿਵਾਰ ਨੂੰ ਖੁਸ਼ ਕਰਨਾ, ਕਿਰਤ ਕਰਕੇ ਆਪਣੇ ਪਰਿਵਾਰ ਦੀ ਉਪਜੀਵਕਾ ਪੈਦਾ ਕਰਨਾ, ਇਹ ਉਹਨਾਂ ਦਾ ਮਿਸ਼ਨ ਨਹੀਂ ਸੀ। ਉਹਨਾਂ ਤੇ ਪੂਰੇ ਸੰਸਾਰ ਨੂੰ ਜਿਹੜੀ ਸੀ ਉਹ ਕਿਰਤ ਕਰਨ ਦੀ ਜਾਚ ਦੱਸਣੀ ਸੀ। ਮਹਾਰਾਜ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਖੁਦ ਆਪ ਕਿਰਤ ਕਰਨ ਦੇ ਪੂਰਨੇ ਪਾਏ ਅਤੇ ਸੰਸਾਰ ਨੂੰ ਸੱਦਾ ਅਤੇ ਸ਼ਾਬਾਸ਼ ਦਿੱਤੀ ਕਿ ਹੇ ਮਨੁੱਖ, ਉਦਮ ਕਰਿੰਦਿਆਂ ਜੀਓ, ਤੂੰ ਕਮਾਵਦਿਆਂ ਸੁਖ ਪੁੰਜ। ਆਪਾਂ ਵੇਖਦੇ ਹਾਂ ਕਿ ਇੱਕ ਪੱਖਾ, ਕੂਲਰ ਘਰਾਂ 'ਚ, ਹੱਥ ਵਾਲੇ ਪੱਖੇ ਪਹਿਲਾਂ ਘਰਾਂ 'ਚ ਹੁੰਦੇ ਸੀ, ਜਿੰਨਾ ਚਿਰ ਤੱਕ ਉਹਨੂੰ ਫੜ ਕੇ ਹੱਥ ਵਿੱਚ ਆਪਾਂ ਹਿਲਾਉਂਦੇ ਨਹੀਂ, ਜਿੰਨਾ ਚਿਰ ਅਸੀਂ ਪੱਖੇ ਦਾ ਬਟਨ ਨਹੀਂ ਦੱਬਦੇ,
ਜਾਂ ਏਸੀ ਨੂੰ ਆਪਾਂ ਆਨ ਨਹੀਂ ਕਰਦੇ, ਉਤਨੀ ਦੇਰ ਤੱਕ ਅਸੀਂ ਉਸ ਦੀ ਹਵਾ ਦਾ ਆਨੰਦ ਨਹੀਂ ਮਾਣ ਸਕਦੇ, ਭਾਵੇਂ ਕਿ ਉਹਦੀ ਹਰ ਤਰ੍ਹਾਂ ਦੀ ਪ੍ਰਕਿਰਿਆ ਇੱਦਾਂ ਦੀ ਬਣੀ ਹੈ ਕਿ ਉਹ ਸੁਖਦਾਇਕ ਹੈ। ਪਰ ਜਿੰਨਾ ਚਿਰ ਤੱਕ ਅਸੀਂ ਆਪਣੇ ਹੱਥਾਂ ਦਾ ਪ੍ਰਯੋਗ ਨਹੀਂ ਕਰਦੇ, ਚਾਹੇ ਬਟਨ ਦਬਾਉਣ ਦੇ ਰੂਪ ਵਿੱਚ, ਚਾਹੇ ਰਿਮੋਟ ਦਬਾਉਣ ਦੇ ਰੂਪ ਵਿੱਚ, ਤੇ ਚਾਹੇ ਹੱਥ ਵਾਲੇ ਪੱਖੇ ਨੂੰ ਹੱਥ ਨਾਲ ਹਿਲਾਉਣ ਵਾਸਤੇ, ਜਿੰਨਾ ਚਿਰ ਤੱਕ ਅਸੀਂ ਉੱਦਮ ਨਹੀਂ ਕਰਦੇ, ਉਹਨਾਂ ਚਿਰ ਤੱਕ ਅਸੀਂ ਹਵਾ ਦਾ ਸੁੱਖ ਜਾਂ ਆਨੰਦ ਨਹੀਂ ਮਾਣ ਸਕਦੇ। ਇਸ ਕਰਕੇ ਮਹਾਰਾਜ ਬਾਣੀ 'ਚ ਸਾਨੂੰ ਫਰਮਾਨ ਕਰਦੇ ਹਨ ਕਿ ਉੱਦਮ ਕਰੇਂਦਿਆਂ ਜੀਓ, ਤੂੰ ਕਮਾਵਦਿਆਂ ਸੁੱਖ ਪਹੁੰਚ। ਉੱਦਮ ਕਰਨਾ ਹੈ, ਕੰਮ ਕਰਨਾ ਹੈ, ਕਮਾਈ ਕਰਨੀ ਹੈ, ਭਾਵ ਜਿੰਨਾ ਚਿਰ ਤੱਕ ਅਸੀਂ ਕਰਮ ਨਹੀਂ ਕਰਦੇ, ਉਹਨਾਂ ਚਿਰ ਤੱਕ ਸਾਨੂੰ ਸੁੱਖ ਦੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਫਿਰ ਕਰਮ ਦੀ ਗੱਲ ਹੁੰਦੀ ਹੈ ਕਿ ਕਰਮ ਕਰਨਾ ਕਿਹੋ ਜਿਹਾ ਹੈ। ਸੰਸਾਰ ਵਿੱਚ ਜਿਹੜੀ ਅਸੀਂ ਕੋਈ ਵੀ ਕਿਰਤ ਕਰਦੇ ਹਾਂ, ਜਿਹੋ ਜਿਹਾ ਕਿਸੇ ਦਾ ਕੋਈ ਵਪਾਰ, ਦੁਕਾਨ, ਖੇਤੀਬਾੜੀ, ਕੋਈ ਬਿਜ਼ਨਸ ਕਰਦੇ ਹਾਂ, ਤੇ ਮਹਾਰਾਜ ਨੇ ਸਾਨੂੰ ਇਹ ਕਿਹਾ ਹੈ ਕਿ ਸਾਨੂੰ ਉਹ ਕਿਰਤ ਜੋ ਵੀ ਕਰਨੀ ਹੈ, ਉਹ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਮਿਹਨਤ ਦੇ ਨਾਲ, ਪੂਰੀ ਲਗਨ ਦੇ ਨਾਲ, ਜੇਕਰ ਅਸੀਂ ਕਰਦੇ ਹਾਂ, ਉਸ ਨਿਰੰਕਾਰ ਦੇ ਭਾਉ ਤੇ ਭਾਵਨੀ ਵਿੱਚ ਰਹਿ ਕੇ ਕਰਦੇ ਹਾਂ, ਤੇ ਫਿਰ ਸਾਡੀ ਉਹ ਜਿਹੜੀ ਕਿਰਤ ਹੈ, ਉਹ ਵੀ ਜਿਹੜੀ ਹੈ ਉਹ ਪਰਮਾਤਮਾ ਨੂੰ ਭਾਵੇਗੀ, ਪਰਮਾਤਮਾ ਨੂੰ ਚੰਗੀ ਲੱਗੇਗੀ। ਕਿਰਤ ਕਰਦਿਆਂ ਫਿਰ ਸਾਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਵੇਗੀ। ਸੁੱਚੀ ਕਿਰਤ ਕਰਦਿਆਂ ਸਾਨੂੰ ਕੋਈ ਡਰ ਜਾਂ ਭੈ ਵੀ ਨਹੀਂ ਹੋਵੇਗਾ, ਕਿਸੇ ਦੀ ਸਾਨੂੰ ਕੋਈ ਗੱਲ ਵੀ ਜਿਹੜੀ ਹੈ ਉਹ ਨਹੀਂ ਸੁਣਨੀ ਪਵੇਗੀ। ਮਹਾਰਾਜ ਸਾਨੂੰ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਕਾਲ ਖਾਏ ਸੁਕਿਰਤ ਕਰੈ, ਵੱਡਾ ਹੋਏ ਨਾ ਆਪ ਗਣਾਏ। ਮਹਾਰਾਜ ਕਹਿੰਦੇ ਹਨ ਕਿ ਇਹ ਕਿਰਤ ਕਰਦਿਆਂ, ਕਿਹੜੀ ਕਿਰਤ? ਕਾਲ, ਮਿਹਨਤ ਦੀ ਕਿਰਤ ਕਰਨੀ ਹੈ, ਸੁਕਿਰਤ ਕਰਨੀ ਹੈ, ਮਿਹਨਤ ਕਰਨੀ ਹੈ, ਤਾਂ ਸੁਕਿਰਤ ਸੱਚੀ ਕਿਰਤ ਕਰਨੀ ਹੈ। ਮਹਾਰਾਜ ਜੀ ਕਹਿੰਦੇ ਕਿ ਜੇ ਤੁਹਾਨੂੰ ਕਿੱਦਾਂ ਸੁਕਿਰਤ ਕਰਦਿਆਂ, ਸੱਚੀ ਕਿਰਤ ਕਰਦਿਆਂ, ਕਾਲ ਕਮਾਈ ਦੀ ਮਿਹਨਤ ਕਰਦਿਆਂ ਜੇ ਤੁਸੀਂ, ਮਹਾਰਾਜ ਤੁਹਾਨੂੰ ਵਡੱਪਣ ਤੇ ਵਡਿਆਈਆਂ ਬਖਸ਼ਿਸ਼ ਕਰਦੇ ਹਨ, ਫਿਰ ਮਹਾਰਾਜ ਕਹਿੰਦੇ ਹਨ ਕਿ ਇਹ ਨਾ ਕਵੇ ਕਿ ਮੈਂ ਕੀਤਾ, ਆਪ ਨਾ ਗਨਾਏ। ਮਹਾਰਾਜ ਕਹਿੰਦੇ ਇਹ ਨਾ ਕਹੇ ਕਿ ਮੈਂ ਸਭ ਕੁਝ ਕੀਤਾ, ਮੈਂ ਬਹੁਤ ਮਿਹਨਤ ਕੀਤੀ, ਮੈਂ ਬਹੁਤ ਆਹ ਕੀਤਾ, ਮੈਂ ਬੜੀ ਸੱਚੀ ਕਿਰਤ ਕਰਦਾ। ਇਹ ਮੈਂ ਤੇ ਮੇਰੀ ਨੂੰ ਮਾਰਨਾ, ਕਿਉਂਕਿ ਜਿਉਂ ਸਾਡੀ ਕਿਰਤ ਕਰਦਿਆਂ ਸਾਨੂੰ ਸਾਡੇ ਮਨ ਦੇ ਵਿੱਚ ਜਦੋਂ ਇਹ ਚੀਜ਼ ਆ ਗਈ ਕਿ ਮੈਂ ਬਹੁਤ ਮਿਹਨਤ ਕੀਤੀ, ਮੈਂ ਬਹੁਤ ਇਮਾਨਦਾਰੀ ਨਾਲ ਮਿਹਨਤ ਕਰਦਾ, ਇਸ ਕਰਕੇ ਮੇਰੀ ਜਿਹੜੀ ਹੈ ਬਹੁਤ ਮੈਂ ਅੱਗੇ ਨਿਕਲ ਗਿਆ, ਤਾਂ ਇਹ ਵੀ ਸਾਡੇ ਜਿਹੜੀ ਹੈ ਉਹ ਹਉਮੈ ਜਿਹੜੀ ਹੈ ਸਾਡਾ ਜੀਵਨ ਦਾ ਸੰਤੁਲਨ ਹੈ ਜਿਹੜਾ ਉਹ ਵਿਗਾੜ ਦੇਵੇਗੀ। ਕਿਉਂਕਿ ਮਹਾਰਾਜ ਕਹਿੰਦੇ ਹਨ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਏ। ਹਉਮੈ ਇੱਕ ਇਹੋ ਜਿਹਾ ਰੋਗ ਹੈ ਜਿਸ ਦਾ ਸੰਸਾਰ ਦੇ ਵਿੱਚ ਕੋਈ ਦਾਰੂ ਨਹੀਂ ਹੈ। ਹਉਮੈ ਜਿਹੜੀ ਹੈ ਉਹ ਸਰੀਰ ਨੂੰ ਵੀ ਗਾਲ ਦਿੰਦੀ ਹੈ। ਸਰੀਰ ਨੂੰ ਜਿਹੜਾ ਕਿਰਤ ਕਰਨ ਵਾਸਤੇ ਜੋ ਅਸੀਂ ਆਪਣੇ ਆਪ ਨੂੰ ਪ੍ਰਪੇਅਰ ਕਰਦੇ ਹਾਂ, ਹਉਮੈ ਵੱਸ ਹੋ ਕੇ ਅਸੀਂ ਕਿਰਤ ਕਰਨੀ ਜਿਹੜੀ ਹੈ ਉਹ ਵੀ ਭੁੱਲ ਜਾਂਦੇ ਹਾਂ। ਸੋ ਮਹਾਰਾਜ ਕਹਿੰਦੇ ਹਨ ਕਿ ਕਿਰਤ ਵਿਰਤ ਕਰ ਧਰਮ ਦੀ, ਖੱਟ ਖਿਲਾਵਨ ਕਰ ਕਰੇਹੀ ਕਾਰ ਕਰੇਹੀ। ਮਹਾਰਾਜ ਕਹਿੰਦੇ ਹਨ ਕਿ ਜਿਹੜੀ ਕਿਰਤ ਹੈ, ਜੋ ਵਿਰਤ ਭਾਵ ਇਸ ਸੰਸਾਰ ਵਿੱਚ ਰਹਿੰਦਿਆਂ ਧਰਮ ਦੀ ਕਿਰਤ ਕਰਨੀ ਹੈ। ਜਦੋਂ ਅਸੀਂ ਕਿਰਤ ਕਮਾਈ ਕਰਦੇ ਹਾਂ
ਤੇ ਮਹਾਰਾਜ ਸਾਨੂੰ ਕਹਿੰਦੇ ਹੈ ਕਿ ਇਹ ਕਿਰਤ ਦੇ ਵਿੱਚੋਂ ਫਿਰ ਅਸੀਂ ਜਿਹੜਾ ਹੈ ਉਹ ਦਸਵੰਧ ਵੀ ਕੱਢਣਾ ਹੈ। ਆਪਣੀ ਮਾਇਆ ਨੂੰ ਸਫਲ ਕਰਨ ਵਾਸਤੇ, ਆਪਣੀ ਇਸ ਕਿਰਤ ਨੂੰ ਸਫਲ ਕਰਨ ਵਾਸਤੇ ਸਾਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਵੀ ਜਿਹੜਾ ਹੈ ਉਹ ਕੱਢਣਾ, ਜਿਹਦੇ ਨਾਲ ਸਾਡਾ ਇਸ ਮਨ ਦੀ ਜਿਹੜੀ ਹੈ ਉਹ ਸੰਤੁਸ਼ਟੀ ਤੇ ਤਨ ਦੀ ਸੰਤੁਸ਼ਟੀ ਵੀ ਸਾਡੀ ਹੋਵੇਗੀ। ਇਸੇ ਕਰਕੇ ਮਹਾਰਾਜ ਕਹਿੰਦੇ ਹਨ ਕਿ ਕਿਰਤ ਕਰਕੇ ਹੀ ਅਸੀਂ ਆਪਣੀਆਂ ਸਰੀਰਕ ਅਤੇ ਪਰਿਵਾਰਕ ਲੋੜਾਂ ਪੂਰੀਆਂ ਕਰ ਸਕਦੇ ਹਾਂ। ਜੇ ਕਿਰਤ ਨਹੀਂ ਕਰਦੇ, ਵਿਹਲੇ ਰਹਿ ਕੇ ਅਸੀਂ ਕਹੀਏ ਕਿ ਸਾਡੀਆਂ ਪਰਿਵਾਰਕ ਲੋੜਾਂ ਜਿਹੜੀਆਂ ਉਹ ਪੂਰੀਆਂ ਹੋ ਜਾਣਗੀਆਂ, ਫਿਰ ਰੱਬ ਨੂੰ ਲਾਂਭੇ ਦਿਆਂਗੇ, ਪਰਿਵਾਰ ਦੇ ਦੂਜੇ ਮੈਂਬਰਾਂ ਨੂੰ, ਆਂਢੀਆਂ ਗੁਆਂਢੀਆਂ ਨੂੰ ਮਿਹਣੇ ਦਿਆਂਗੇ। ਗੁਆਂਢੀ ਜਾਂ ਸਾਡਾ ਰਿਸ਼ਤੇਦਾਰ, ਕੋਈ ਸੱਜਣ ਮਿੱਤਰ, ਉਹ ਤਾਂ ਬਹੁਤ ਅੱਗੇ ਹੈ। ਪਰ ਅੱਜ ਸੰਸਾਰ ਦੀ ਅਜੋਕੀ ਵਿਵਸਥਾ ਔਰ ਬਿਰਤੀ ਇੱਦਾਂ ਦੀ ਬਣ ਗਈ ਕਿ ਜੋ ਲੋਕ ਮਿਹਨਤ ਕਰਕੇ ਅੱਗੇ ਜਾਂਦੇ ਹਨ, ਅੱਗੇ ਨਿਕਲਦੇ ਹਨ, ਆਪਾਂ ਉਹਨਾਂ ਦੀ ਰੀਸ ਨਹੀਂ ਕਰਦੇ। ਅਸੀਂ ਉਹਨਾਂ ਕੋਲੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ, ਉਹਨਾਂ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹਨਾਂ ਨੇ ਮਿਹਨਤ ਕਿੰਨੀ ਕੀਤੀ, ਇਸ ਖੇਤਰ ਵਿੱਚ ਇਹਨਾਂ ਨੇ ਕਿਹੜੇ ਕਿਹੜੇ ਸਾਧਨ ਅਡਾਪਟ ਕੀਤੇ, ਜਿਹਦੇ ਕਰਕੇ ਅੱਜ ਉਹਨਾਂ ਦੀ ਪਰਿਵਾਰ ਵਿੱਚ, ਸਮਾਜ ਵਿੱਚ ਜਾਂ ਇਲਾਕੇ 'ਚ ਸ਼ੋਭਾ ਹੁੰਦੀ। ਅਸੀਂ ਇਸ ਦੇ ਉਲਟ ਜਾ ਕੇ ਉਸ ਨੂੰ ਗਿਰਾਵਟ 'ਚ ਕਿੱਦਾਂ ਲਿਆਉਣਾ, ਉਸ ਨੂੰ ਆਪਾਂ ਗਿਰਾਵਟ ਨੀਵੇਂ ਥਾਂ ਪੱਧਰ 'ਤੇ ਕਿਵੇਂ ਲਿਆਉਣਾ, ਅਸੀਂ ਉਸ ਪਾਸੇ ਨੂੰ ਸੋਚਦੇ ਹਾਂ, ਨਾ ਕਿ ਉਹਦੇ ਤੋਂ ਸੇਧ ਲੈ ਕੇ ਚੰਗੇ ਕੰਮ ਨੂੰ ਕਰਕੇ ਤੇ ਅਸੀਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਮਹਾਰਾਜ ਕਹਿੰਦੇ ਜਦੋਂ ਅਸੀਂ ਸੁੱਚੀ ਕਿਰਤ ਕਰਦੇ ਹਾਂ, ਮਹਾਰਾਜ ਕਹਿੰਦੇ ਜੇ ਸੁੱਚੀ ਕਿਰਤ ਕਰਦੇ ਹਾਂ, ਸਾਡੇ ਸੰਸਾਰ ਦੇ ਵਿੱਚ ਵਿਚਰਦਿਆਂ ਕੋਈ ਇਹੋ ਜਿਹਾ ਕੋਈ ਇਨਸਾਨ ਤੁਹਾਨੂੰ ਨਹੀਂ ਮਿਲੇਗਾ ਜਿਸ ਨੇ ਕਿਸੇ ਖੇਤਰ ਦੇ ਵਿੱਚ ਵੀ ਕੋਈ ਮਿਹਨਤ ਕੀਤੀ ਹੋਵੇ, ਸੱਚੀ ਤੇ ਸੁੱਚੀ ਕਿਰਤ ਕੀਤੀ ਹੋਵੇ, ਉਸ ਨੇ ਆਪਣੀ ਉਸ ਖੇਤਰ ਦੇ ਵਿੱਚ ਮੁਹਾਰਤ ਜਾਂ ਪ੍ਰਸਿੱਧੀ ਜਾਂ ਮਾਣ ਪ੍ਰਾਪਤ ਨਾ ਕੀਤਾ ਹੋਵੇ। ਇਹੋ ਜਿਹੀ ਕੋਈ ਵੇਖਣ ਦੀ ਉਦਾਹਰਨ ਤੁਹਾਨੂੰ ਜਾਂ ਸਾਨੂੰ ਨਹੀਂ ਮਿਲੇਗੀ। ਅਸੀਂ ਕਹੀਏ ਕੋਈ ਚੋਰੀ ਕਰਕੇ ਜਾਂ ਹੋਰ ਇੱਧਰ ਉੱਧਰ ਦੀਆਂ ਗਲਤ ਧਾਰਨਾਵਾਂ ਆਪਣੇ ਮਨ 'ਚ ਵਸਾ ਕੇ, ਸ਼ਾਰਟ ਵੇ ਜਿਹਨੂੰ ਆਪਾਂ ਕਹਿੰਦੇ ਹਾਂ, ਸਿੱਧੇ ਰਸਤੇ ਮਿਹਨਤ ਨਹੀਂ ਕਰਨੀ, ਚੋਰੀ ਕਰਕੇ ਜਾਂ ਡਾਕਾ ਮਾਰ ਕੇ ਜਾਂ ਕਿਸੇ ਦਾ ਧਨ ਲੁੱਟ ਕੇ ਆਪਾਂ, ਤੇ ਜੇ ਆਪਾਂ ਆਪਣੇ ਪਰਿਵਾਰ ਦੀ ਜਾਂ ਆਪਣੀ ਪੂਰਤੀ ਕਰਾਂਗੇ, ਤੇ ਫਿਰ ਉਹਦੇ ਵਿੱਚ ਆਪਾਂ ਕਈ ਵਾਰੀ ਵੇਖਦੇ ਹਾਂ ਕਿ ਮਨ ਨੂੰ ਤੇ ਤਨ ਨੂੰ ਕਸ਼ਟ ਤੇ ਹੁੰਦਾ ਹੀ ਹੁੰਦਾ। ਫਿਰ ਉਹਦੇ ਨਾਲ ਦੀ ਨਾਲ ਕਈ ਵਾਰੀ ਪਰਿਵਾਰ ਵੀ ਪੂਰੇ ਨੂੰ ਜਿਹੜਾ ਹੈ ਉਹ ਦੁੱਖ ਜਿਹੜਾ ਹੈ ਉਹ ਝੱਲਣਾ ਪੈਂਦਾ ਹੈ। ਸੋ ਮਹਾਰਾਜ ਕਹਿੰਦੇ ਹਨ ਕਿ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ, ਚੋਰ ਜਾਂ ਧਾੜਵੀ ਦੇ ਕਲੰਕ ਤੋਂ ਬਚਣ ਲਈ ਸਾਨੂੰ ਕਿਰਤ ਕਰਕੇ ਆਪਣੇ ਅਮੀਰ ਵਿਰਸੇ ਦੇ ਧਾਰਨੀ ਬਣਨਾ ਚਾਹੀਦਾ ਹੈ। ਔਰ ਇਹ ਜਿਹੜੀ ਆ ਸ਼ਾਰਟ ਜਿਹੜੇ ਰਸਤੇ ਹਨ ਚੋਰੀ ਦੇ, ਜਾਂ ਕੋਈ ਧਾੜਵੀ ਬਣ ਕੇ ਜਾਂ ਕਿਸੇ ਦਾ ਨੁਕਸਾਨ ਕਰਕੇ ਆਪਣੇ ਆਪ ਨੂੰ ਅਮੀਰ ਕਰਨਾ ਜਾਂ ਆਪਣੇ ਪਰਿਵਾਰ ਦੀ ਜਾਂ ਆਪਣੀ ਪੂਰਤੀ ਕਰਨੀ, ਅਜਿਹੇ ਜਿਹੜੇ ਕਰਮ ਹਨ ਉਹਨਾਂ ਤੋਂ ਇਨਸਾਨ ਨੂੰ ਬਚਣ ਲਈ ਸਾਹਿਬ ਸ਼੍ਰੀ ਗੁਰੂ ਨਾਨਕ ਦੀ ਇਹ ਜਿਹੜੀ ਕਿਰਤ ਕਰਨ ਦੀ ਸਾਨੂੰ ਜਿਹੜੀ ਉਹਨਾਂ ਨੇ ਜਾਚ ਦੱਸੀ, ਸਾਨੂੰ ਸੰਦੇਸ਼ ਦਿੱਤਾ, ਸਾਨੂੰ ਇਹ ਚੰਗਾ ਕਰਮ ਕਰਨ ਲਈ ਜੋ ਸਾਨੂੰ ਵਿਰਸੇ ਵਿੱਚ ਸਾਨੂੰ ਬਖਸ਼ਿਆ, ਮਹਾਰਾਜ ਕਹਿੰਦੇ ਇਹ ਸਾਨੂੰ ਜਿਹੜੀ ਹੈ ਉਹ ਧਾਰਨੀ ਬਣਨਾ ਚਾਹੀਦਾ। ਅੱਜ ਆਪਾਂ ਵੇਖਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਹੱਥੀਂ ਕਿਰਤ ਕਰਨ ਦੀ ਜੋ ਹੈ ਜਾਚ, ਉਸ ਤੋਂ ਪਿੱਛੇ ਜਾ ਰਹੇ ਹਨ। ਇਸੇ ਦਾ ਹੀ ਕਾਰਨ ਹੈ ਅੱਜ ਆਪਾਂ ਵੇਖਦੇ ਹਾਂ ਕਿ ਕੋਈ ਸਾਨੂੰ ਸੁਣਨ ਲਈ ਮਿਲਦਾ ਕਿ ਇਹ ਸਾਡਾ ਪੰਜਾਬ ਹੌਲੀ ਹੌਲੀ ਜਿਹੜਾ ਉਹ ਭਈਆਂ ਨਾਲ ਭਰ ਜਾਵੇਗਾ। ਭਈਆਂ ਨਾਲ, ਕੋਈ ਕਹਿੰਦਾ ਇੱਥੇ ਭਈਆ ਸਥਾਨ ਬਣ ਜਾਏਗਾ,
ਕੋਈ ਕੁਛ ਕਹਿੰਦਾ, ਉਹਦਾ ਰੀਜ਼ਨ ਕੀ ਹੈ, ਉਹਦਾ ਕਾਰਨ ਕੀ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕੰਮ ਚੋਰ ਹੋ ਰਹੀ ਹੈ ਦਿਨੋਂ ਦਿਨ। ਆਪਾਂ ਵੇਖਦੇ ਹਾਂ ਬਹੁਤ ਸਾਰੇ ਪ੍ਰਿਆਪਤ ਸਾਧਨ ਹਨ ਪੰਜਾਬ ਦੇ ਵਿੱਚ, ਵੇਖਣ ਦਾ ਮੌਕਾ ਮਿਲਦਾ। ਕਈ ਵਾਰ ਯੂਰਪ ਜਾ ਕੇ ਵੀ ਵੇਖਿਆ ਵੱਖ-ਵੱਖ ਦੇਸ਼ਾਂ ਵਿੱਚ ਕਿ ਜਿੰਨੀ ਉੱਥੇ ਕਿਰਤ ਆਪਾਂ ਕਰਦੇ ਹਾਂ, ਭਾਵੇਂ ਸਾਡੇ ਇੱਧਰੋਂ ਜਿਹੜੇ ਸਾਥੀ ਭੈਣ ਭਰਾ ਜਾਂਦੇ ਹਨ ਵਿਦੇਸ਼ਾਂ ਵਿੱਚ, ਆਪਾਂ ਵੇਖਦੇ ਹਾਂ ਕਿ ਸਾਰਾ ਪਰਿਵਾਰ, ਜਿੰਨੇ ਜੀਅ ਹਨ ਪਰਿਵਾਰ ਦੇ, ਸਾਰੇ ਹੀ ਮਿਹਨਤ ਕਰਦੇ ਹਨ ਔਰ ਦੌੜ ਕੇ ਕਰਦੇ ਹਨ। ਆਪਾਂ ਵੇਖਦੇ ਹਾਂ ਜੇ ਉਹਨਾਂ ਦੀ ਅਮੀਰੀ ਜਾਂ ਉਹਨਾਂ ਨੇ ਉੱਧਰ ਜਾ ਕੇ ਕੁਛ ਆਪਣੇ ਪਰਿਵਾਰ ਨੂੰ ਸੁਖੀ ਜੀਵਨ ਬਤੀਤ ਕਰਦੇ ਹਨ ਜਾਂ ਸੁਖੀ ਜੀਵਨ ਬਣਾਉਣ ਦੀ ਜਾਂਚ ਜਾਂ ਢੰਗ ਤਰੀਕਾ ਅਪਣਾਇਆ ਹੈ ਜਾਂ ਸੁਖੀ ਜੀਵਨ ਬਤੀਤ ਕਰਦੇ ਹਨ, ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਹੈ ਸੱਚੀ ਸੁੱਚੀ ਕਿਰਤ ਅਤੇ ਸਖਤ ਮਿਹਨਤ। ਜੇ ਆਪਾਂ ਕਹੀਏ ਕਿ ਵਿਦੇਸ਼ ਜਾ ਕੇ ਕੋਈ ਵਿਹਲਾ ਬੇਰੀਆਂ ਥੱਲੇ ਬੈਠ ਕੇ ਜਾਂ ਕਿਸੇ ਬਾਗ ਜਾਂ ਖੇਤੀ ਜਾਂ ਕਿਸੇ ਕੰਪਨੀ ਜਾਂ ਫੈਕਟਰੀ ਵਿੱਚ ਜਾ ਕੇ ਕਵੇ ਕਿ ਮੈਂ ਬਾਹਰ ਬੈਠਾ ਰਹਾਂ ਤੇ ਡਾਲਰ ਜਾਂ ਪਾਉਂਡ ਮੇਰੇ ਅਕਾਊਂਟ ਵਿੱਚ ਪੈ ਜਾਣਗੇ, ਐਸਾ ਕਦੀ ਹੋਇਆ ਨਹੀਂ, ਨਾ ਹੋਣ ਵਾਲਾ, ਨਾ ਹੋਵੇਗਾ। ਸੋ ਮਿਹਨਤ ਕਰਦੇ ਨਾਲ ਹੀ ਕਈ ਇੱਕ ਜਾਂ ਦੋ ਸ਼ਿਫਟਾਂ ਓਵਰ ਟਾਈਮ ਲਾਉਣੇ ਜਾਂ ਹੋਰ ਮਿਹਨਤ ਕਰਨੀ ਕੋਈ ਗੁਨਾਹ ਨਹੀਂ ਹੈ, ਪਰ ਮਿਹਨਤ ਕਿਰਤ ਕਰਨ ਦੇ ਨਾਲ ਹੀ ਇਨਸਾਨ ਜਿਹੜਾ ਹੈ ਉਹ ਅੱਗੇ ਵੱਧਦਾ। ਆਪਣੇ ਪੰਜਾਬ 'ਚ, ਭਾਰਤ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਜੇ ਨਿਘਾਰ ਆ ਰਿਹਾ ਖੇਤੀਬਾੜੀ 'ਚ ਹੋਏ ਚਾਹੇ ਹੋਰ ਕਿਰਤ, ਅੱਜ ਪੰਜਾਬ 'ਚੋਂ ਫੈਕਟਰੀ ਸਾਰੀ ਜਿਹੜੀ ਹੈ ਉਹ ਦੂਜੀਆਂ ਸਟੇਟਾਂ 'ਚ ਜਾ ਰਹੀ। ਉਹਦਾ ਕਾਰਨ ਕੀ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕੰਮ ਕਰਨ ਵਿੱਚ ਵਿਸ਼ਵਾਸ ਬਹੁਤ ਘੱਟ ਰੱਖ ਰਹੀ ਹੈ। ਜਦੋਂ ਅਸੀਂ ਕੰਮ ਨਹੀਂ ਕਰਾਂਗੇ, ਕਿਰਤ ਨਹੀਂ ਕਰਾਂਗੇ, ਅਸੀਂ ਕੰਮ ਚੋਰ ਬਣਾਂਗੇ ਜਾਂ ਇੱਥੋਂ ਆਪਣਾ ਪਰ ਸਥਾਨ ਕਰਾਂਗੇ, ਛੱਡ ਕੇ ਵਿਦੇਸ਼ ਜਾਵਾਂਗੇ, ਤੇ ਫਿਰ ਜਿਹੜੇ ਕਾਰਜ ਹਨ ਇੱਥੇ, ਚਾਹੇ ਉਹ ਫੈਕਟਰੀਆਂ ਹੋਣ, ਚਾਹੇ ਖੇਤੀਬਾੜੀ ਹੋਵੇ, ਚਾਹੇ ਹੋਰ ਘਰੇਲੂ ਕੰਮ ਹਨ, ਉਹਦੀ ਪੂਰਤੀ ਵਾਸਤੇ ਫਿਰ ਕੋਈ ਨਾ ਕੋਈ, ਚਾਹੇ ਯੂਪੀ ਹੋਵੇ, ਚਾਹੇ ਬਿਹਾਰ ਹੋਵੇ, ਚਾਹੇ ਰਾਜਸਥਾਨ ਹੋਵੇ, ਫਿਰ ਉਹ ਆਪਣੀ ਉਪਜੀਵਕਾ ਕਮਾਉਣ ਵਾਸਤੇ ਜਿੰਨੇ ਕੁ ਉਹਨਾਂ ਕੋਲ ਸਾਧਨ ਹੁੰਦੇ ਹਨ, ਉਹ ਫਿਰ ਇੱਥੇ ਪੰਜਾਬ ਸਟੇਟ ਵਿੱਚ ਆ ਕੇ ਕੰਮ ਕਰਦੇ ਹਨ। ਕੁਛ ਚੰਗੇ ਕੰਮ ਕਰਦੇ ਹਨ, ਕੁਛ ਮਾੜੇ ਵੀ ਕਰਦੇ ਹਨ। ਫਿਰ ਉਹਨਾਂ ਦੀ ਖਾਨਾ ਪੂਰਤੀ ਜਿਹੜੀ ਹੈ, ਜੋ ਅਸੀਂ ਵਿਦੇਸ਼ ਗਏ, ਸਾਡੇ ਪਿੱਛੇ ਕਾਰੋਬਾਰ, ਘਰਾਂ ਦੀ ਸੰਭਾਲ, ਅੱਜ ਅਸੀਂ ਵੇਖਦੇ ਹਾਂ ਕਿ ਕਰਨ ਵਾਸਤੇ ਹੁਣ, ਪਹਿਲਾਂ ਤਾਂ ਥੋੜ੍ਹੇ ਸਮੇਂ ਪਹਿਲੇ ਰਿਸ਼ਤੇਦਾਰ ਨੂੰ ਆਪਾਂ ਘਰ ਛੱਡਦੇ ਸੀ, ਪਰ ਹੁਣ ਤਾਂ ਰਿਸ਼ਤੇਦਾਰ ਵੀ ਸਭ ਵੇਖਦੇ ਹਾਂ ਕਿ ਬਹੁਤੇ ਪਰਿਵਾਰਾਂ ਦੇ ਪਰਿਵਾਰ ਜੋ ਬਾਹਰ ਹਨ, ਉਹਨਾਂ ਦੀ ਪੂਰਤੀ ਵਾਸਤੇ ਫਿਰ ਸਾਨੂੰ ਕਿਸੇ ਨਾ ਕਿਸੇ ਦੀ ਲੋੜ ਜਿਹੜੀ ਉਹ ਪੈਂਦੀ ਹੈ। ਸੋ ਇਸ ਕਰਕੇ ਉਹ ਸਾਡੀ ਕਿਰਤ ਜਿਹੜੀ ਸੀ ਉਹ ਬਾਹਰ ਚਲੀ ਗਈ, ਕਿਰਤ ਕਰਨ ਵਾਲੇ ਬਾਹਰ ਚਲੇ ਗਏ, ਤੇ ਉਹਨਾਂ ਦੀ ਜਿਹੜੀ ਹੈ ਪਿੱਛੇ ਕਿਰਤ ਜੋ ਖਾਲੀ ਜਗ੍ਹਾ ਹੋਈ, ਉਹਦੀ ਪੂਰਤੀ ਵਾਸਤੇ ਫਿਰ ਦੂਜੀਆਂ ਸਟੇਟਾਂ 'ਚੋਂ ਲੋਕ ਜਿਹੜੇ ਹਨ ਉਹ ਸੁਭਾਵਿਕ ਤੌਰ 'ਤੇ ਹੈ ਕਿ ਆਉਣਗੇ, ਚਾਹੇ ਉਹਦਾ ਰਿਜ਼ਲਟ ਕੁਛ ਵੀ ਨਿਕਲੇ, ਪਰ ਕਿਉਂਕਿ ਕਿਰਤ ਸਾਡੇ ਸਮਾਜ ਵਿੱਚ ਇੱਥੇ ਰਹਿੰਦਿਆਂ, ਜਿਹਦੇ ਕੋਲ ਪੈਸੇ ਚਾਰ ਜੋੜੇ, ਉਹ ਬਾਹਰ ਚਲਾ ਗਿਆ। ਹਿੰਦੁਸਤਾਨ 'ਚ ਰਹਿੰਦਿਆਂ, ਕਿਉਂਕਿ ਮੈਂ ਦੇਖਿਆ ਰਾਜਸਥਾਨ, ਬਿਹਾਰ, ਯੂਪੀ, ਬਹੁਤ ਗਰੀਬੀ ਦੀ ਹਾਲਾਤ ਜਿਹੜੇ ਲੋਕ ਹਨ ਰਹਿ ਰਹੇ ਹਨ, ਭਾਵੇਂ ਕਿ ਭਾਰਤ ਆਜ਼ਾਦ ਹੋਏ ਨੂੰ ਲਗਭਗ 75 ਸਾਲ ਹੋ ਗਏ, ਪਰ ਅਜੇ ਵੀ ਜਿਹੜੀ ਹੈ ਲਗਭਗ 80% ਆਬਾਦੀ ਜਿਹੜੀ ਹਜੇ ਆਪਾਂ ਵੇਖੀਏ ਬਹੁਤ ਹੀ ਗਰੀਬ ਅਵਸਥਾ 'ਚ ਪਿੰਡਾਂ ਦੇ ਵਿੱਚ ਜਿਹੜੀ ਹੈ, ਸ਼ਹਿਰਾਂ ਦੇ ਵਿੱਚ ਜਿਹੜੀ ਹੈ ਉਹ ਰਹਿ ਰਹੀ ਹੈ। ਸੋ ਇਸ ਕਰਕੇ ਕਿਰਤ ਜਿਹੜੀ ਹੈ ਉਹ ਚਾਹੇ ਦੇਸ਼ 'ਚ ਹੋਵੇ ਚਾਹੇ ਵਿਦੇਸ਼ ਵਿੱਚ, ਸੱਚੀ ਤੇ ਸੁੱਚੀ ਕਿਰਤ ਕਰਨ ਨਾਲ ਹੀ, ਜੋ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ
ਵਿਰਸੇ ਵਿੱਚ ਦਿੱਤੀ। ਮਹਾਰਾਜ ਕਹਿੰਦੇ ਉਹੀ ਕਰਨ ਦਾ ਸਾਡੇ ਵਿੱਚ ਜਿਹੜਾ ਹੈ ਤਰੀਕਾ, ਉਹਨੂੰ ਅਡਾਪਟ ਕਰਨਾ ਅਤੇ ਉਹਨੂੰ ਸੱਚੀ ਅਤੇ ਸੁੱਚੀ ਕਿਰਤ ਨੂੰ ਅੱਗੇ ਲਿਜਾਣਾ, ਇਹੀ ਸਾਡੇ ਜੀਵਨ ਦੇ ਵਿੱਚ ਜਿਹੜਾ ਉਹ ਲਾਹੇਵੰਦ ਹੋ ਸਕਦਾ ਹੈ। ਇਹੀ ਸਾਡੀ ਜ਼ਿੰਦਗੀ ਨੂੰ ਸੰਵਰ ਅਤੇ ਸਵਾਰ ਸਕਦਾ ਹੈ। ਅੱਜ ਭਾਵੇਂ ਕਿ ਕਿਰਤ ਦਾ ਰੁਝਾਨ ਆਪਾਂ ਵੇਖਦੇ ਹਾਂ, ਪਹਿਲਾਂ ਜਦੋਂ ਹਲਾਂ ਦੀ ਵਾਹੀ ਸੀ ਉਦੋਂ ਵੀ ਲੋਕ ਕਿਰਤ ਕਰਦੇ ਸੀ, ਰਾਤ ਦਿਨ ਮਿਹਨਤ ਕਰਦੇ ਸੀ। ਫਿਰ ਹੁਣ ਟਰੈਕਟਰ ਕੰਬਾਈਨਾਂ ਦੀ ਹੈ, ਪਰ ਫਿਰ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜ ਇਹ ਸਾਰੇ ਧੰਦਿਆਂ ਨੂੰ ਤਿਲਾਂਜਲੀ ਦੇ ਕੇ ਜਿਹੜੀ ਹੈ ਉਹ ਵਿਦੇਸ਼ ਵਿੱਚ ਜਿਹੜੀ ਹੈ ਉਹ ਜਾ ਰਹੀ ਹੈ। ਭਾਵੇਂ ਕਿ ਇੱਥੋਂ ਉਹ ਕਿਰਤ ਕਰਨ ਤੋਂ ਹੀ ਭੱਜਦੇ ਹਨ, ਮੈਂ ਵੇਖਿਆ, ਪਰ ਜੇਕਰ ਬਾਹਰ ਜਾ ਕੇ ਵੇਖਿਆ ਜਾਵੇ ਤਾਂ ਇੱਥੋਂ ਨਾਲੋਂ ਕਈ ਗੁਣਾ ਵੱਧ ਜਿਹੜੀ ਹੈ ਉਹ ਇਨਸਾਨ ਨੂੰ ਕਿਰਤ ਕਰਨੀ ਪੈਂਦੀ ਹੈ। ਸੋ ਕਿਰਤ ਜਿਹੜੀ ਹੈ ਉਹ ਕਿਤੇ ਵੀ ਜਾਓ, ਭਾਵੇਂ ਦੇਸ਼ ਹੋਵੇ ਭਾਵੇਂ ਵਿਦੇਸ਼, ਜਿੰਨਾ ਚਿਰ ਤੱਕ ਅਸੀਂ ਕਿਰਤ ਨਹੀਂ ਕਰਦੇ ਉਹਨਾਂ ਚਿਰ ਤੱਕ ਅਸੀਂ ਪਰਿਵਾਰ, ਸਮਾਜ ਨੂੰ, ਆਪਣਾ ਰਾਜ ਹੋਏ, ਦੇਸ਼ ਹੋਏ, ਉਸ ਨੂੰ ਅੱਗੇ ਨਹੀਂ ਲਿਜਾ ਸਕਦੇ। ਸੋ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਸਾਨੂੰ ਦਿੱਤਾ ਹੋਇਆ ਪਹਿਲਾ ਸਿਧਾਂਤ, ਕਿਰਤ ਕਰਨੀ, ਜਿਹੜੀ ਉਹ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਦੱਸੀ। ਕਿਉਂਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕਿਰਤ ਕਰਨ ਦਾ ਸੰਦੇਸ਼ ਸਾਰੀ ਦੁਨੀਆ ਨੂੰ ਦੇਣ ਤੋਂ ਬਾਅਦ ਉਹਨਾਂ ਨੇ ਵੀ, ਆਪਾਂ ਵੇਖਦੇ ਹਾਂ ਕਿ ਸ਼੍ਰੀ ਕਰਤਾਰਪੁਰ ਸਾਹਿਬ ਬਹੁਤ ਲੰਮਾ ਸਮਾਂ ਉਹਨਾਂ ਨੇ ਆਪਣਾ ਅਖੀਰਲਾ ਜੀਵਨ ਜਿਹੜਾ ਸੀਗਾ ਉਹ ਖੇਤੀਬਾੜੀ ਦੇ ਵਿੱਚ ਕਿਰਤ ਕਰਨ ਵਿੱਚ ਹੀ ਗੁਜ਼ਾਰਿਆ। ਕਿਉਂਕਿ ਜਿੰਨਾ ਚਿਰ ਤੱਕ ਅਸੀਂ ਲੋਕਾਂ ਨੂੰ ਕੋਈ ਸਿਧਾਂਤ ਦੇਣਾ, ਲੋਕਾਂ ਨੂੰ, ਲੋਕਾਈ ਨੂੰ ਕੋਈ ਚੰਗਾ ਸੰਦੇਸ਼ ਦੇਣਾ, ਕੋਈ ਚੰਗਾ ਵਿਰਸਾ ਛੱਡ ਕੇ ਜਾਣਾ, ਤਾਂ ਸਭ ਤੋਂ ਪਹਿਲਾਂ ਸਾਨੂੰ ਉਹ ਆਪ ਅਡਾਪਟ ਕਰਕੇ ਉਸ ਦੇ ਖੁਦ ਆਪ ਧਾਰਨੀ ਬਣਨਾ ਪਵੇਗਾ, ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਸਾਨੂੰ ਬਣ ਕੇ ਦੱਸਿਆ, ਆਪ ਕਰਕੇ ਦੱਸਿਆ। ਇਸੇ ਹੀ ਕੰਮ ਵਿੱਚ ਉਹਨਾਂ ਨੇ 4 ਉਦਾਸੀਆਂ ਜਿਹੜੀਆਂ ਹਨ ਉਹ ਸੰਸਾਰ ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ ਜਿਹੜੀਆਂ ਕੀਤੀਆਂ, ਲੋਕਾਂ ਨੂੰ ਉਪਦੇਸ਼ ਦਿੱਤਾ। ਕਿਰਤ ਕਰਨ ਦੇ ਸਿਧਾਂਤ ਨੂੰ ਉਹਨਾਂ ਨੇ ਅੱਗੇ ਤੋਰਨ ਵਿੱਚ ਇੱਕ ਚਾਨਣ ਮੁਨਾਰੇ ਦਾ ਕੰਮ ਜੋ ਕੀਤਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਨੂੰ ਵੇਖੀਏ ਅਸੀਂ, ਦੂਸਰਾ ਸਿਧਾਂਤ ਉਹਨਾਂ ਨੇ ਸਾਨੂੰ, ਜੋ ਉਹਨਾਂ ਦਾ ਆਪਾਂ ਮੁੱਖ ਸਿਧਾਂਤ ਕਹਿ ਸਕਦੇ ਹਨ, ਜੋ ਸੰਸਾਰ ਵਿੱਚ ਪ੍ਰਾਣੀ ਮਾਤਰ ਨੂੰ ਇਹ ਕਰਨਾ ਚਾਹੀਦਾ ਹੈ, ਉਹਨਾਂ ਨੇ ਨਾਮ ਜਪਣ ਦਾ ਦਿੱਤਾ। ਉਹਨਾਂ ਕਿਤੇ ਪਹਿਲਾਂ ਕਿਰਤ ਕਰਨ ਦਾ ਉਹਨਾਂ ਸਿਧਾਂਤ ਇਸੇ ਕਰਕੇ ਪਹਿਲੇ ਨੰਬਰ 'ਤੇ ਰੱਖਿਆ ਕਿ ਜੇਕਰ ਅਸੀਂ ਨਾਮ ਹੀ ਜਪਦੇ ਰਹੇ, ਅਸੀਂ ਕਹੀ ਕਿ ਨਾਮ ਜਪਣਾ ਹੈ, ਚਾਹੇ ਉਹ ਜੰਗਲ 'ਚ ਜਾਣਾ, ਚਾਹੇ ਹੋਰ ਕਿਤੇ ਜਾਣਾ, ਜਿਵੇਂ ਪਹਿਲਾਂ ਸਿਧਾਂਤ ਇਹ ਲਾਗੂ ਕਰਦੇ ਰਹੇ ਅਸੀਂ, ਪ੍ਰਾਣੀ ਮਾਤਰ ਜੀਵ, ਪੁੱਠੇ ਲਮਕਣਾ, ਜੰਗਲਾਂ 'ਚ ਜਾਣਾ, ਆਪਣੇ ਸਰੀਰ ਨੂੰ ਕਸ਼ਟ ਦੇਣੇ, ਕਈ ਕੁਛ ਕਰਨਾ। ਪਰ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਮਹਾਰਾਜ ਨੇ ਸੰਸਾਰ 'ਤੇ ਆਉਣ ਤੋਂ ਜਦੋਂ ਸਿਧਾਂਤ ਦੀ ਗੱਲ ਚੱਲੀ, ਵਿਰਸੇ ਦੀ ਗੱਲ ਚੱਲੀ, ਤੇ ਉਹਨਾਂ ਨੇ ਕਿਰਤ ਨੂੰ ਪਹਿਲੇ ਨੰਬਰ 'ਤੇ ਰੱਖਿਆ। ਕਿਉਂਕਿ ਜੇ ਇਨਸਾਨ ਕਿਰਤ ਕਰੇਗਾ, ਆਪਾਂ ਨਾਮ ਜਪਣਾ ਜੇ ਪੇਟ 'ਚ ਸਾਡੇ 'ਚ ਰੋਟੀ ਨਹੀਂ ਹੋਏਗੀ, ਸਾਡਾ ਪਰਿਵਾਰ ਸੁਖੀ ਨਹੀਂ ਹੋਏਗਾ, ਅਸੀਂ ਤਨ 'ਤੇ ਢੱਕਣ ਵਾਸਤੇ ਸਾਡੇ ਪਾਸ ਕੱਪੜਾ ਨਹੀਂ ਹੋਏਗਾ, ਪੇਟ 'ਚ ਖਾਣ ਵਾਸਤੇ ਸਾਡੇ ਕੋਲ ਭੋਜਨ ਨਹੀਂ ਹੋਵੇਗਾ, ਅਸੀਂ ਨਾਮ ਨਹੀਂ ਜਪ ਸਕਾਂਗੇ। ਇਸ ਕਰਕੇ ਉਹਨਾਂ ਨੇ ਪਹਿਲੇ ਸਾਨੂੰ ਕਿਰਤ ਕਰਨ ਦਾ ਸਿਧਾਂਤ, ਫਿਰ ਸਾਨੂੰ ਉਹਨਾਂ ਨੇ ਜਿਹੜਾ ਸੀ ਦੂਸਰੇ ਨੰਬਰ 'ਤੇ ਸਾਡੇ, ਜੋ ਸਾਨੂੰ ਵਿਰਸੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੋਲ ਮਿਲਿਆ, ਉਹ ਸੀ ਨਾਮ ਜਪਣਾ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸਾਨੂੰ ਇਸ ਨਾਮ ਜਪਣ ਦੇ ਸਿਧਾਂਤ ਬਾਰੇ ਸਮਝਾਉਣਾ ਕਰਦੇ ਹਨ ਕਿ ਨਾਨਕ ਕੈ ਘਰ ਕੇਵਲ ਨਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਨਾਨਕ ਦਾ ਘਰ ਇੱਕ ਇਹੋ ਜਿਹਾ ਘਰ ਹੈ ਜਿੱਥੇ ਕੇਵਲ ਤੇ ਕੇਵਲ
ਨਾਮ ਜਪਣ ਦੀ ਗੱਲ ਜਿਹੜੀ ਹੈ ਉਹ ਸਮਝਾਈ ਜਾਂਦੀ ਹੈ। ਜਦੋਂ ਆਪਾਂ ਕਿਰਤ ਵਿਰਤ ਕਰਦੇ ਹਾਂ, ਜਦੋਂ ਆਪਣੇ ਸਰੀਰ ਨੂੰ, ਆਪਣੇ ਇਸ ਤਨ ਨੂੰ, ਇਸ ਮਨ ਨੂੰ ਉਸ ਨਿਰੰਕਾਰ ਨਾਲ ਉਹਦਾ ਸ਼ੁਕਰਾਨਾ ਕਰਨਾ, ਤੇ ਉੱਥੇ ਫਿਰ ਸਾਨੂੰ ਇਹ ਜਿਹੜਾ ਦੂਸਰਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਦਿੱਤਾ ਨਾਮ ਜਪਣ ਦਾ, ਕਿਉਂਕਿ ਨਾਮ ਇੱਕ, ਆਪਾਂ ਜਿੰਨੀ ਕਿਰਤ ਵਿਰਤ ਕਰਦੇ ਹਾਂ, ਇਸ ਸੰਸਾਰ ਦੇ ਵਿੱਚ ਸਭ ਕੁਛ ਨਾਸ਼ਵਾਨ ਹੈ। ਉਪਜੀਵਕਾ ਇਨਸਾਨ ਨੂੰ ਬਹੁਤ ਜ਼ਰੂਰੀ ਹੈ, ਪਰ ਉਪਜੀਵਕਾ ਜਿੰਨੀਆਂ ਵੀ ਅਸੀਂ ਇਕੱਠੀਆਂ ਕਰਾਂਗੇ ਕਿਰਤ ਕਰਕੇ, ਇਸ ਸੰਸਾਰ ਦੇ ਵਿੱਚ ਇੱਥੇ ਹੀ ਰਹਿਣ ਵਾਲੀਆਂ ਚੀਜ਼ਾਂ ਹਨ। ਫੈਕਟਰੀਆਂ, ਕਾਰਖਾਨੇ, ਜਾਂ ਜ਼ਮੀਨ ਜਾਇਦਾਦ, ਜੋ ਕੁਛ ਵੀ ਅਸੀਂ ਇਕੱਠਾ ਕਰਦੇ ਹਾਂ, ਜਾਂ ਭਾਵ ਜੋ ਵੀ ਅਸੀਂ ਕਿਰਤ ਕਰਕੇ ਪ੍ਰਾਪਤ ਕਰਾਂਗੇ, ਉਹ ਸੰਸਾਰ ਵਿੱਚ ਰਹਿਣ ਵਾਲੀਆਂ ਚੀਜ਼ਾਂ ਹਨ। ਇਨਸਾਨ ਦੇ ਨਾਲ ਜਾਣ ਵਾਲੀ ਕੋਈ ਚੀਜ਼ ਨਹੀਂ ਹੈ। ਸੋ ਇਨਸਾਨ ਦੇ ਨਾਲ ਜਾਏਗੀ ਕੀ ਚੀਜ਼, ਉਹ ਦੂਸਰੇ ਸਿਧਾਂਤ ਵਿੱਚ ਗੁਰੂ ਨਾਨਕ ਜੀ ਮਹਾਰਾਜ ਸਾਨੂੰ ਨਾਮ ਜਪਣ ਦੀ ਗੱਲ ਸਮਝਾਉਂਦੇ ਹਨ ਕਿ ਇੱਕ ਨਾਮ ਹੀ ਕੇਵਲ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਾਮ ਦੀ ਮਹੱਤਤਾ, ਨਾਮ ਦੀ ਸਿਮਰਨ ਦੀ, ਨਾਮ ਦੇ ਸੰਬੰਧ ਵਿੱਚ, ਨਾਮ ਜਪਣ ਦੇ ਸੰਬੰਧ ਵਿੱਚ ਆਪਾਂ ਵੇਖਦੇ ਹਾਂ ਕਿ ਉਹਨਾਂ ਨੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ 1430 ਅੰਗ, 15 ਭਗਤਾਂ, 11 ਭੱਟ ਸਾਹਿਬਾਨ, ਗੁਰੂ ਸਾਹਿਬਾਨ ਦੀ ਬਾਣੀ ਇਸ ਵਿੱਚ ਅੰਕਿਤ ਕਰਕੇ ਨਾਮ ਜਪਣ ਦੀ ਜਿਹੜੀ ਹੈ ਉਹ ਵਿਧੀ, ਸਾਨੂੰ ਇਸ ਸੰਸਾਰ ਵਿੱਚ ਕਿਵੇਂ ਵਿਚਰਨਾ, ਉਸ ਸੰਸਾਰ ਵਿੱਚ ਰਹਿੰਦਿਆਂ ਉਸ ਨਿਰੰਕਾਰ ਦਾ ਮੰਤਵ ਕੀ ਹੈ, ਕਿਸ ਆਸ਼ੇ ਵਾਸਤੇ ਸਾਨੂੰ ਇੱਥੇ ਭੇਜਿਆ ਗਿਆ, ਇਹ ਸਾਰਾ ਕੁਛ ਨਾਮ ਸਿਮਰਨ ਦੀ ਜਿਹੜੀ ਜਾਂਚ ਹੈ, ਔਰ ਉਸ ਨਿਰੰਕਾਰ ਦੇ ਨਾਲ, ਉਸ ਆਦਿ ਪੁਰਖ ਦੇ ਨਾਲ, ਉਸ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ ਦੇ ਨਾਲ ਮਿਲਣ ਦੀ ਜਿਹੜੀ ਸਾਰੀ ਹੀ ਜੁਗਤ ਤੇ ਜਾਂਚ ਹੈ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਮਿਲਦੀ ਹੈ। ਮਹਾਰਾਜ ਨੇ ਸਾਨੂੰ ਉਪਦੇਸ਼ ਕੀਤਾ ਹੈ ਕਿ ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਣਾ। ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੰਸਾਰ ਦੇ ਵਿੱਚ ਜਨਮ ਧਾਰਦੇ ਹਨ, ਪ੍ਰਕਾਸ਼ ਹੁੰਦਾ ਹੈ ਉਹਨਾਂ ਦਾ, ਇਸ ਹਿੰਦੁਸਤਾਨ ਦੇ ਵਿੱਚ, ਇਸ ਭਾਰਤ ਵਿੱਚ 33 ਕਰੋੜ ਦੇਵਤੇ ਦੀ ਪੂਜਾ ਅਰਚਨਾ ਜਿਹੜੀ ਉਹ ਕੀਤੀ ਜਾਂਦੀ ਸੀ। ਭਾਵੇਂ ਕਿ ਅੱਜ ਵੀ ਬਹੁਤ ਸਾਰੇ ਦੇਵਤੀਆਂ, ਦੇਵਤੇ, ਕੋਈ ਵੀ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਉਹ ਨਾਮ ਜਪਣ ਦੀ ਜਿਹੜੀ ਪ੍ਰਥਾ ਹੈ ਉਹ ਪ੍ਰਚਲਿਤ ਹੈ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕਿ ਇਹ ਪ੍ਰਾਣੀ ਕੇਵਲ ਉਸ ਪਰਮਾਤਮਾ ਦਾ, ਉਸ ਨਿਰੰਕਾਰ ਦਾ ਨਾਮ ਹੀ ਜਪਣਾ ਹੈ ਤੇ ਇੱਕ ਦੀ ਹੀ ਸ਼ਰਨ ਵਿੱਚ ਆਉਣਾ ਹੈ। ਇੱਕ ਕੌਣ ਹੈ? ਇੱਕ ਓਅੰਕਾਰ। ਜਦੋਂ ਅਸੀਂ ਇੱਕ ਦੀ ਸ਼ਰਨ ਵਿੱਚ ਆਵਾਂਗੇ ਤੇ ਫਿਰ ਸ਼ਰਮ ਪਈ ਨਰਾਇਣੇ ਤਾਕੇ ਦਰ ਪੜਿਆ। ਜੇ ਅਸੀਂ ਦਰ ਦੇ ਵਿੱਚ ਆਮ ਕਰਕੇ ਦਰ ਦੀਆਂ ਠੋਕਰਾਂ ਖਾਣੀਆਂ, ਫਿਰ ਖਸਮ ਇੱਕ ਹੋਵੇਗਾ, ਉਹ ਨਿਰੰਕਾਰ ਸਾਡਾ, ਉਹ ਇੱਕ ਖਸਮ ਨੂੰ ਅਸੀਂ ਉਸ ਹਰੀ ਪ੍ਰਮਾਤਮਾ ਨੂੰ, ਉਸ ਪਤੀ ਪਰਮੇਸ਼ਰ ਨੂੰ ਆਪਣਾ ਜੀਵਨ ਦਾ ਧਾਰਨੀ ਬਣਾਵਾਂਗੇ, ਉਹਨੂੰ ਇੱਕ ਦੀ ਸ਼ਰਨ ਪਾਵਾਂਗੇ ਤੇ ਉਹਨੂੰ ਵੀ ਸਾਡੀ ਸ਼ਰਮ ਪਈ ਨਰਾਇਣੇ ਤਾਕੇ ਦਰ ਪਈ। ਜਦੋਂ ਫਿਰ ਸ਼ਰਮ, ਫਿਰ ਜਦੋਂ ਇੱਕ ਦੇ ਦਰ ਪਾਵਾਂਗੇ, ਇੱਕ ਦੇ ਚਰਨਾਂ ਦੇ ਵਿੱਚ ਹੀ ਅਸੀਂ ਲੱਗਾਂਗੇ, ਤਾਂ ਫਿਰ ਉਹ ਵੀ ਸਾਡੀ ਆਮ ਕਰਕੇ ਹੈ ਕਿ ਸੰਸਾਰ ਦੇ ਵਿੱਚ ਹੀ ਵੇਖਦੇ ਹਾਂ ਕਿ ਜੇ
ਸਾਰੇ ਥਾਈਂ ਅਸੀਂ ਇੱਕ ਦੇ ਵੀ ਮੱਥਾ ਟੇਕ ਲਿਆ, ਦੂਜੇ ਦੇ ਵੀ ਟੇਕ ਲਿਆ, ਚੌਥੇ ਦੇ ਵੀ ਜਾ ਟੇਕਿਆ। ਆਪਾਂ ਮੰਗਣ ਹੀ ਲੱਗ ਪਈਏ। 10 ਘਰਾਂ 'ਚ ਜਾਵਾਂਗੇ, ਇੱਕ ਕੋ ਜਾਵਾਂਗੇ, ਦੂਜੇ ਕੋ ਜਾਵਾਂਗੇ, ਤੇ ਕੋਈ ਵੀ ਸਾਨੂੰ ਜਿਹੜਾ ਹੈ ਉਹ ਨੇੜੇ ਨਹੀਂ ਲੱਗਣ ਦੇਗਾ। ਤੇ ਜੇ ਇੱਕ ਦੇ ਹੀ ਅਸੀਂ ਪੈਰ ਫੜਾਂਗੇ ਕਿ ਤੂੰ ਹੀ ਮੇਰੀ ਜਿਹੜੀ ਹੈ ਉਹ ਮਦਦ ਕਰਨੀ ਹੈ, ਤੇ ਮੇਰਾ ਖਿਆਲ ਹੈ ਕਿ ਉਹ ਤੁਹਾਨੂੰ ਇਹ ਮਹਿਸੂਸ ਕਰੇਗਾ ਕਿ ਇਹ ਮੇਰੇ ਕੋਲ ਮਦਦ ਵਾਸਤੇ ਆਇਆ, ਮੈਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ। ਇਹ ਸੰਸਾਰੀ ਜੀਵ ਦੀ ਗੱਲ, ਪਰ ਉਹ ਨਿਰੰਕਾਰ ਹਰੀ ਪ੍ਰਮਾਤਮਾ, ਉਹ ਵੀ ਸਾਨੂੰ ਜਦੋਂ ਉਹਨੇ ਪੈਦਾ ਕੀਤਾ ਇਸ ਸੰਸਾਰ ਦੇ ਵਿੱਚ, ਤੇ ਉਹ ਵੀ ਸਾਡੀ ਪ੍ਰੀਖਿਆ, ਉਹ ਵੀ ਸਾਡਾ ਇਮਤਿਹਾਨ ਲੈਂਦਾ ਕਿ ਇਹ ਪ੍ਰਾਣੀ ਜਿਸ ਨੂੰ ਮੈਂ ਆਪਣਾ ਸਰੂਪ, ਆਪਣੀ ਜੋਤ ਬਣਾ ਕੇ, ਆਪਣੀ ਅੰਸ਼ ਬਣਾ ਕੇ ਇਸ ਸੰਸਾਰ ਤੇ ਭੇਜਿਆ, ਕੀ ਉਹ ਮੇਰਾ ਵੀ ਚੇਤਾ ਰੱਖਦਾ ਕਿ ਨਹੀਂ। ਫਿਰ ਜੋ ਉਹਦੀ ਸ਼ਰਨ ਵਿੱਚ, ਉਸ ਨਿਰੰਕਾਰ ਦੀ ਨਾਮ ਜਪ ਕੇ ਜੋ ਪ੍ਰਾਣੀ ਇੱਕ ਦੀ ਸ਼ਰਨ ਵਿੱਚ ਰਹਿੰਦੇ ਹਨ, ਪ੍ਰਭੂ ਪਰਮਾਤਮਾ ਫਿਰ ਉਹਨਾਂ ਦੇ ਸਾਰੇ ਕਾਰਜ ਆਪ ਕਰਦਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਹਨ ਕਿ ਇੱਕੋ ਜਪ, ਇੱਕੋ ਸਲਾਹ। ਸਿਫਤ ਸਲਾਹ ਕਿਹਦੀ ਕਰਨੀ? ਇੱਕੋ ਦੀ ਜਾਪ ਕਰਨਾ, ਇੱਕੋ ਦੀ ਹੀ ਸਿਫਤ ਸਲਾਹ ਕਰਨੀ ਹੈ। ਹਰ ਥਾਂ ਤੇ ਅਸੀਂ ਜੇਕਰ ਉਸ ਪ੍ਰਭੂ ਪਰਮਾਤਮਾ ਦੀ, ਉਸ ਨਿਰੰਕਾਰ ਦੀ ਸਿਫਤ ਸਲਾਹ, ਉਸ ਵਾਹਿਗੁਰੂ ਦੀ, ਉਸ ਨਿਰੰਕਾਰ ਦੀ ਜੋਤੀ ਸਰੂਪ ਦੀ ਜਦੋਂ ਅਸੀਂ ਸਿਫਤ ਸਲਾਹ ਕਰਾਂਗੇ, ਫਿਰ ਉਹਨੂੰ ਆਪਣੇ ਮਨ 'ਚ ਵੀ ਵਸਾਉਣਾ ਹੈ ਕਿ ਏਕ ਸਿਮਰ ਏਕੋ ਮਨ ਆਹੇ। ਸਿਮਰਨ ਵੀ ਕਰਨਾ ਹੈ ਤੇ ਮਨ ਦੇ ਵਿੱਚ ਹੋਰ ਦੂਜਾ ਵੀ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹ ਭਾਂਡਾ ਜੋ ਹੈ, ਸਰੀਰ ਰੂਪੀ ਭਾਂਡਾ, ਇੱਕ ਵਕਤ ਭਾਂਡੇ ਦੇ ਵਿੱਚ ਇੱਕ ਚੀਜ਼ ਹੀ, ਜੇ ਦੁੱਧ ਪਾਵਾਂਗੇ ਤੇ ਦੁੱਧ ਹੀ ਉਹਦੇ 'ਚ ਸਮਾਉਣਾ ਹੈ। ਜੇ ਉਹਦੇ ਵਿੱਚ ਆਪਾਂ ਹੋਰ ਸਾਰੇ ਹੀ ਪਦਾਰਥ ਮਿਕਸ ਕਰ ਦਿਆਂਗੇ ਤਾਂ ਫਿਰ ਉਹ ਦੁੱਧ ਨਹੀਂ ਰਹਿ ਜਾਵੇਗਾ। ਸੋ ਭਾਵ ਇੱਕ ਨਾਮ, ਇੱਕ ਦੀ ਸਿਫਤ ਕਰਨ ਵਾਸਤੇ ਮਹਾਰਾਜ ਸਾਨੂੰ ਇਹ ਸੰਦੇਸ਼ ਦਿੰਦੇ ਹਨ, ਏਕ ਸਕੇ ਗੁਣ ਗਾਓ ਆਨੰਤ, ਮਨ ਤਨ ਜਾਪ ਏਕ ਭਗਵੰਤ। ਉਸ ਹਰੀ ਪ੍ਰਮਾਤਮਾ ਦੇ ਇੱਕ ਦੇ ਹੀ ਗੁਣ ਗਾਉਣੇ ਹਨ, ਇੱਕ ਦੀ ਹੀ ਸਿਫਤ ਸਲਾਹ ਕਰਨੀ ਹੈ। ਤੇ ਫਿਰ ਮਨ ਤੇ ਤਨ ਦੇ ਵਿੱਚ ਮਹਾਰਾਜ ਕਹਿੰਦੇ ਜਾਪ ਕਿਹਦਾ ਕਰਨਾ ਹੈ? ਏਕ ਭਗਵੰਤ ਦਾ। ਭਗਵੰਤ ਕੌਣ? ਉਸ ਸੰਸਾਰ ਨੂੰ ਸਾਰੇ ਨੂੰ ਪਾਲਣ ਵਾਲਾ, ਉਸ ਸੰਸਾਰ ਸਾਰੇ ਨੂੰ ਪੈਦਾ ਕਰਨ ਵਾਲਾ, ਇਹ ਖੰਡਾਂ ਬ੍ਰਹਿਮੰਡਾਂ ਦਾ ਜੋ ਮਾਲਕ ਹੈ। ਮਹਾਰਾਜ ਕਹਿੰਦੇ ਹਨ ਇਹ ਮਨ ਤੇ ਤਨ ਦੇ ਵਿੱਚ, ਇਹ ਸਰੀਰ, ਕਿਉਂਕਿ ਮਨ ਤੇ ਤਨ ਨਾਲ ਕਿਉਂ ਜਪਣਾ? ਜੇ ਸਾਡਾ ਸਰੀਰ ਜਿਹੜਾ ਹੈ ਉਹ ਚੱਲ ਕੇ, ਸਰੀਰ ਸਾਡੀ ਜ਼ਬਾਨ ਹੈ, ਇਹ ਬੋਲਦੀ ਹੈ, ਇਹ ਸਰੀਰ ਵਿੱਚ ਹੈ। ਮਨ ਜਿਹੜਾ ਹੈ ਸਾਡਾ ਅਚੇਤ ਹੈ, ਉਹ ਦਿਸਦਾ ਨਹੀਂ। ਜੀਭ ਸਾਡੀ ਦਿਸਦੀ ਹੈ, ਕੰਨ ਸਾਡੇ ਦਿਸਦੇ ਹਨ, ਨੱਕ, ਨਾਸਕਾ, ਜਿੰਨੇ ਵੀ ਸਾਡੇ ਦੁਆਰ ਹਨ, ਹੱਥ ਪੈਰ, ਇਹ ਸਾਰੇ ਦਿਸਦੇ ਹਨ। ਇਹਨਾਂ ਦੇ ਦੁਆਰਾ ਹੀ ਜੇਕਰ ਅਸੀਂ ਚੰਗੇ ਕਰਮ ਕਰਦੇ ਹਾਂ, ਇਹ ਦਿਮਾਗ, ਇਹ ਸਾਡੀਆਂ ਗਿਆਨ ਇੰਦਰੀਆਂ ਜਦੋਂ ਸਾਰੀਆਂ ਇੱਕ ਹੋ ਕੇ, ਇੱਕ ਮਨ, ਇੱਕ ਚਿੱਤ ਹੋ ਕੇ ਉਸ ਨਿਰੰਕਾਰ ਨੂੰ ਚੇਤੇ ਕਰਦੀਆਂ ਹਨ, ਸਰਵਣ ਕਰਦੀਆਂ ਹਨ, ਫਿਰ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਣ ਦੀ ਜਿਹੜੀ ਹੈ ਅਵਸਥਾ ਸਾਡੀ ਜਿਹੜੀ ਹੈ ਉਹ ਬਣਦੀ ਹੈ। ਆਪਾਂ ਨੇਤਰਾਂ ਦੀ ਗੱਲ ਕਰਦੇ ਹਾਂ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਸਰਵਣਾ ਨੂੰ, ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਜਦੋਂ ਅਸੀਂ ਇਹਨਾਂ ਦਾ ਦੁਰਉਪਯੋਗ ਕਰਦੇ ਹਾਂ, ਸੁਣਨ ਨੂੰ ਅਸੀਂ ਕੰਨਾਂ ਨਾਲ ਜੇ ਚੰਗਾ ਸੁਣਾਂਗੇ, ਉਸ ਨਿਰੰਕਾਰ ਦੀ ਬਾਣੀ ਨੂੰ ਸੁਣਾਂਗੇ,
ਉਸ ਏਕ ਦੇ ਗੁਣਾਂ ਦੇ ਜੋ ਜਾਪ ਹੈ, ਉਹਦੀ ਜੋ ਗੱਲ ਹੈ, ਉਹ ਪ੍ਰਮਾਤਮਾ ਦੀ, ਉਹਨੂੰ ਸਰਵਣ ਕਰਾਂਗੇ, ਉਹਦੀ ਸਿਫਤ ਸਲਾਹ ਸੁਣਾਂਗੇ, ਫਿਰ ਸਾਡੇ ਜਿਹੜੇ 91 ਪਵਿੱਤਰ ਜੀਭ ਦੇ ਨਾਲ ਅਸੀਂ ਚੰਗੇ ਸ਼ੁਭ ਬਚਨ ਬੋਲਾਂਗੇ, ਸਾਡੀ ਜੀਭ ਵੀ ਪਵਿੱਤਰ ਹੋਏਗੀ। ਅਸੀਂ ਮਨ ਕਰਕੇ ਤੇ ਤਨ ਕਰਕੇ, ਇਸੇ ਕਰਕੇ ਮਹਾਰਾਜ ਕਹਿੰਦੇ ਹਨ ਕਿ ਮਨ ਤਨ ਜਾਪ ਏਕ ਭਗਵੰਤ, ਕਿ ਮਨ ਤੇ ਤਨ ਦੋਹਾਂ ਦੇ ਨਾਲ ਹੀ ਉਸ ਹਰੀ ਪ੍ਰਮਾਤਮਾ ਨੂੰ ਹਮੇਸ਼ਾ ਜਿਹੜਾ ਹੈ ਉਹਦਾ ਸਿਮਰਨ ਕਰਨਾ ਹੈ, ਉਹਦਾ ਜਾਪ ਕਰਨਾ ਹੈ। ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਨਾਮ ਜਪਣ ਬਾਰੇ ਕਿ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਇਹ ਨਹੀਂ ਕਿ ਜਿਨ੍ਹਾਂ ਨੇ ਨਾਮ ਨਹੀਂ ਧਿਆਇਆ ਤੇ ਉਹ ਮਸਕਤ ਜਿਹੜੀ ਇੱਥੋਂ ਘਾਲ ਕੇ ਗਏ, ਨਹੀਂ। ਉਹ ਮਸਕਤ ਉਹ ਹੋ ਸਕਦੀ ਹੈ ਜਿਨ੍ਹਾਂ ਨੇ ਕਰਮ ਕੀਤੇ ਜਾਂ ਹੋਰ ਇੱਧਰ ਉੱਧਰ ਦੇ ਕੰਮ ਕਰ ਲਏ, ਉਹ ਕਰਕੇ ਚਲੇ ਗਏ। ਪਰ ਜਿਹੜੀ ਸੱਚੀ ਤੇ ਸੁੱਚੀ ਕਿਰਤ ਜਿਹੜੀ ਉਹ ਅਸਲੀ ਜਿਹੜੀ ਕਿਰਤ ਘਾਲ ਕਮਾਈ ਦੀ ਕਿਰਤ ਸੀਗੀ, ਮਹਾਰਾਜ ਕਹਿੰਦੇ ਉਹ ਜਿਨ੍ਹਾਂ ਨਾਮ ਨੂੰ ਧਿਆਉਣਾ ਕੀਤਾ, ਮਹਾਰਾਜ ਕਹਿੰਦੇ ਉਹ ਸੱਚੀ ਤੇ ਸੁੱਚੀ ਕਿਰਤ ਸੀ ਉਹਨਾਂ ਦੀ। ਮਹਾਰਾਜ ਉਹਨਾਂ ਦੇ ਮੁੱਖ ਉਜਲਿਆਂ ਦੀ ਗੱਲ ਕਰਦੇ ਹੈ ਕਿ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਦੇ ਨਾਲ ਆਪ ਤੇ ਉਹ ਛੁੱਟੇ ਹੀ, ਨਾਲ ਸੰਸਾਰ ਦੇ ਹੋਰ ਲੋਕ ਵੀ, ਜਿਵੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚੀ ਤੇ ਸੁੱਚੀ ਕਿਰਤ ਕੀਤੀ, ਫਿਰ ਉਹਨਾਂ ਨੇ ਉਸ ਹਰੀ ਨਿਰੰਕਾਰ ਦਾ, ਉਸ ਭਗਵੰਤ ਨੂੰ ਆਧਾਰ ਬਣਾ ਕੇ, ਉਸ ਭਗਵੰਤ ਨੂੰ ਹਮੇਸ਼ਾ ਆਪਣੇ ਮਨ ਤੇ ਤਨ ਦੇ ਵਿੱਚ ਵਸਾ ਕੇ, ਮਨੋਂ ਤੇ ਤਨੋਂ ਉਸ ਨਿਰੰਕਾਰ ਦਾ, ਉਹਨੂੰ ਸਤ ਕਰਤਾਰ ਕਰਕੇ, ਸਤ ਕਰਤਾਰ ਵਾਹਿਗੁਰੂ ਵਾਹਿਗੁਰੂ ਦਾ ਉਪਦੇਸ਼ ਇਹ ਸਾਰੇ ਸੰਸਾਰ ਵਿੱਚ ਦਿੱਤਾ। ਇਹ ਉਹਨਾਂ ਨੇ ਸੱਚੀ ਤੇ ਸੁੱਚੀ ਜਿਹੜੀ ਕਿਰਤ ਸੀ ਉਹ ਕਮਾ ਕੇ ਇਸ ਸੰਸਾਰ ਤੋਂ ਰੁਖਸਤ ਹੋਏ। ਕਿਉਂਕਿ ਇਸ ਸੰਸਾਰ ਦੇ ਵਿੱਚ ਅੱਜ ਵੀ ਆਪਾਂ ਵੇਖਦੇ ਹਾਂ ਕਿ ਉਹ ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਉਹ ਨਿਰੰਕਾਰ ਹਰੀ ਪ੍ਰਮਾਤਮਾ ਸਾਨੂੰ ਫਿਰ ਇਹ ਜੋ ਨਾਮ ਜਪਣ ਦੀ ਜਿਹੜੀ ਦੂਸਰਾ ਸਿਧਾਂਤ ਹੈ, ਉਹਦੇ ਵਿੱਚ ਸਮਝਾਉਂਦਿਆਂ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਧਿਆਉਣਾ ਕੀਤਾ, ਉਹ ਸੱਚੀ ਤੇ ਸੁੱਚੀ ਜਿਹੜੀ ਕਿਰਤ ਹੈ ਉਹ ਕਾਲ ਕਮਾਈ ਕਰਕੇ ਇੱਥੋਂ ਗਏ ਹਨ। ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਹੀ ਮੁੱਖ ਜਿਹੜੇ ਹਨ ਉਹ ਸੰਸਾਰ ਦੇ ਵਿੱਚ ਉਜਲੇ ਹੋਏ, ਉਹਨਾਂ ਨੇ ਹੀ ਆਪਣਾ ਜਿਹੜਾ ਲੋਕ ਤੇ ਪਰਲੋਕ ਜਿਹੜਾ ਉਹ ਸਵਾਰਿਆ, ਤੇ ਆਪ ਤੇ ਸੀ ਨਾਲ ਉਹਨਾਂ ਨੇ ਹੋਰ ਵੀ ਕੇਤੀ ਛੁੱਟੀ ਨਾਲ ਹੋਰ ਕਿੰਨੇ ਹੀ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹ ਵੀ ਉਹਨਾਂ ਦੇ ਨਾਲ ਜਿਹੜੇ ਹਨ ਉਹ ਤਰੇ ਹਨ। ਮਨੁੱਖਾ ਜਨਮ ਨਾਮ ਜਪ ਕੇ ਮੁੱਖ ਉਜਲਾ ਕਰਨ ਲਈ ਅਤੇ ਪ੍ਰਭੂ ਵਿੱਚ ਲੀਨਤਾ ਪ੍ਰਾਪਤ ਕਰਨ ਲਈ ਪਰਮੇਸ਼ਰ ਨੇ ਦਿੱਤਾ ਹੈ। ਆਪਾਂ ਵੇਖਦੇ ਹਾਂ ਬਾਕੀ ਜੂਨਾਂ ਸਾਰੀਆਂ ਹੀ, ਜਿੰਨੀਆਂ ਵੀ ਜੂਨਾਂ ਹਨ ਸੰਸਾਰ ਦੇ ਵਿੱਚ, ਮਨੁੱਖ ਤੋਂ ਬਗੈਰ ਕੋਈ ਨਾਮ ਨਹੀਂ ਜਪ ਸਕਦੀ। ਮਨੁੱਖ ਤੋਂ ਬਗੈਰ ਕੋਈ ਚੱਲ ਕੇ ਸੰਗਤ ਵਿੱਚ ਹੋਰ ਕੋਈ ਜੂਨ ਨਹੀਂ ਬੈਠ ਸਕਦੀ, ਕੋਈ ਸਰਵਣ ਨਹੀਂ ਕਰ ਸਕਦੀ, ਕੋਈ ਸਰਵਣ ਕਰਾ ਨਹੀਂ ਸਕਦੀ, ਕੋਈ ਮੰਦਰ ਮਸੀਤ ਜਾਂ ਗੁਰਦੁਆਰੇ ਵਿੱਚ ਕੋਈ ਵੀ ਚੱਲ ਕੇ ਇੱਕ ਮਨੁੱਖਾ ਜੀਵਨ ਤੋਂ ਬਗੈਰ, ਮਨੁੱਖ ਪ੍ਰਾਣੀ ਮਾਤਰ ਤੋਂ ਬਗੈਰ ਕੋਈ ਵੀ ਹੋਰ ਜੀਵ ਇਹ ਕਰਮ ਨਹੀਂ ਕਰ ਸਕਦਾ। ਸੋ ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਜਿਹੜਾ ਪਰਮੇਸ਼ਰ ਨੇ ਜਿਹੜਾ ਸਾਨੂੰ ਜੀਵਨ, ਮਨੁੱਖਾ ਜੀਵਨ ਬਖਸ਼ਿਆ, ਉਹ ਸਿਰਫ ਤੇ ਸਿਰਫ ਨਾਮ ਜਪਣ ਵਾਸਤੇ ਹੀ ਬਖਸ਼ਿਸ਼ ਕੀਤਾ ਹੈ। ਪਰ ਅਸੀਂ ਇਸ ਆਪਣੇ ਪਰਮੇਸ਼ਰ ਦੁਆਰਾ ਬਖਸ਼ੇ ਸਿਧਾਂਤ ਨੂੰ ਭੁੱਲ ਕੇ ਅਸੀਂ ਹੋਰ ਕੰਮਾਂ 'ਚ ਲੱਗ ਜਾਂਦੇ ਹਾਂ।
ਮਹਾਰਾਜ ਕਹਿੰਦੇ ਕਿ ਮਨੁੱਖਾ ਜਨਮ ਵਿੱਚ ਨਾਮ ਜਪ ਕੇ ਲਾਹਾ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਜੇ ਅਸੀਂ ਇਹ ਲਾਹਾ ਪ੍ਰਾਪਤ ਨਹੀਂ ਕਰਦੇ, ਫਿਰ ਸਾਨੂੰ ਆਪਾਂ ਵੇਖਦੇ ਹਾਂ ਕਿ ਪਛਤਾਉਣਾ ਵੀ ਪੈਂਦਾ। ਨਾਮ ਵਿਹੂਣਿਆਂ ਪ੍ਰਤੀ ਤਾਂ ਵਾਹਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਵਿਰਸਾ ਬਿਰਥਾ ਸਭ ਜਾਏ। ਆਸਾ ਦੀ ਵਾਰ ਵਿੱਚ ਮਹਾਰਾਜ ਜੀ ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਹਨ ਕਿ ਜਿਨ੍ਹਾਂ ਨੇ ਇਹ ਹਰੀ ਰੂਪੀ ਨਾਮ, ਉਸ ਪਰਮਾਤਮਾ ਦਾ ਨਾਮ ਗੁਣਾ ਭਰਪੂਰ ਜਿਨ੍ਹਾਂ ਨੇ ਚੇਤੇ ਵਿੱਚ ਨਹੀਂ ਕੀਤਾ, ਜਿਨ੍ਹਾਂ ਨੇ ਆਪਣੇ ਮਨ ਵਿੱਚ ਚਿੱਤ ਚੇਤੇ ਵਿੱਚ ਉਸ ਹਰੀ ਪਰਮਾਤਮਾ ਦਾ ਨਾਮ ਨਹੀਂ ਲਿਆਂਦਾ, ਆਪਣੇ ਚੇਤੇ ਦਾ ਧਾਰਨੀ ਨਹੀਂ ਬਣਾਇਆ ਉਸ ਨਿਰੰਕਾਰ ਦੇ ਉਸ ਹਰੀ ਪਰਮਾਤਮਾ ਦੇ ਨਾਮ ਨੂੰ, ਮਹਾਰਾਜ ਕਹਿੰਦੇ ਹਨ ਉਹ ਜੱਗ ਵਿੱਚ ਆਏ ਕਿਉਂ? ਉਹਨਾਂ ਦਾ ਜੀਵਨ ਨਿਰਫਲ ਹੈ। ਉਹ ਜੱਗ ਵਿੱਚ ਉਹਨਾਂ ਦਾ ਆਉਣਾ ਫਜ਼ੂਲ ਹੈ। ਉਹ ਆਏ ਕਿਉਂ ਇਸ ਜੱਗ ਦੇ ਵਿੱਚ, ਜਿਹੜੇ ਉਸ ਪ੍ਰਭੂ ਪਰਮਾਤਮਾ ਨੂੰ, ਉਸ ਹਰੀ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਜਿਨ੍ਹਾਂ ਨੇ ਵਸਾਇਆ ਨਹੀਂ। ਮਹਾਰਾਜ ਕਹਿੰਦੇ ਹਨ, ਇਹੋ ਜਿਹੇ ਮਨੁੱਖਾਂ ਬਾਰੇ ਮਹਾਰਾਜ ਕਹਿੰਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ, ਕਿ ਇਹ ਮਾਨਸ ਜਿਹੜਾ ਜਨਮ ਹੈ ਉਹ ਦੁਲੰਭ ਹੈ। ਦੁਲੰਭ ਭਾਵ ਜਿਹੜਾ ਬਾਰ-ਬਾਰ ਜਿਹੜੀ ਚੀਜ਼ ਨਾ ਮਿਲਦੀ ਹੋਵੇ, ਇੱਕ ਵਾਰੀ ਹੀ ਪ੍ਰਾਪਤ ਹੋਣੀ ਹੈ, ਜਿਹੜੀ ਲੱਭਿਆ ਮਿਲਦੀ ਨਹੀਂ, ਜਿਹੜੀ ਖਰੀਦਿਆਂ ਖਰੀਦੀ ਨਹੀਂ ਜਾ ਸਕਦੀ, ਜਿਸ ਨੂੰ ਪੈਸੇ ਨਾਲ ਜਾਂ ਹੋਰ ਦੌਲਤ ਸ਼ੋਹਰਤ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਇਹ ਮਾਨਸ ਜਨਮ ਜਿਹੜਾ ਹੈ ਉਹ ਇਹ ਨਾਮ ਤੋਂ ਬਿਨਾਂ ਜਿਹੜਾ ਹੈ ਉਸ ਬਿਰਥਾ ਜਾ ਰਿਹਾ ਹੈ, ਬਿਰਥਾ ਚਲਾ ਜਾਂਦਾ ਹੈ, ਭਾਵ ਫਜ਼ੂਲ ਚਲਾ ਜਾਂਦਾ ਹੈ। ਸਾਰੀ ਜ਼ਿੰਦਗੀ ਇਨਸਾਨ ਆਪਣੇ ਹੋਰ ਧੰਦਿਆਂ 'ਚ ਲੱਗ ਕੇ ਇਹ ਆਪਣਾ ਜਨਮ ਜਿਹੜਾ ਹੈ ਉਹ ਉਸ ਨੂੰ ਫਜ਼ੂਲ ਗਵਾ ਲੈਂਦਾ ਹੈ। ਮਹਾਰਾਜ ਸਾਨੂੰ ਨਾਮ ਦੀ ਪ੍ਰਥਾਏ, ਕਿਉਂਕਿ ਬਾਣੀ ਸਾਰੀ ਹੀ ਨਾਮ ਸਿਮਰਨ ਤੇ ਉਸ ਪ੍ਰਭੂ ਪਰਮਾਤਮਾ ਦੇ ਮਿਲਾਪ ਵਿੱਚ ਹੀ ਲਿਖੀ ਗਈ। ਫਿਰ ਮਹਾਰਾਜ ਕਹਿੰਦੇ ਹਨ ਕਿ ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ। ਤਿਨ ਸੁੰਝੀ ਦੇਹ ਫਿਰੇ ਬਿਨ ਨਾਵੈ, ਹੋਏ ਖੱਪ ਖੱਪ ਮੋਏ ਕਰਾਂਝਾ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਜਿਨ੍ਹਾਂ ਪ੍ਰਾਣੀਆਂ ਦੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ, ਉਸ ਹਰੀ ਦਾ ਨਾਮ ਨਹੀਂ ਵਸਿਆ, ਜਿਨ੍ਹਾਂ ਨੇ ਉਸ ਹਰੀ ਪਰਮਾਤਮਾ ਦੇ ਨਾਮ ਨੂੰ ਆਪਣਾ ਆਧਾਰ ਨਹੀਂ ਬਣਾਇਆ ਜੀਵਨ ਦਾ, ਮਹਾਰਾਜ ਤੇ ਉਹਨੂੰ ਗਾਲ ਤੱਕ ਵੀ ਇੱਕ ਕਿਸਮ ਦੀ ਕੱਢਦੇ ਹਨ ਕਿ ਉਹਨੂੰ ਮਾਂ ਨੇ ਜਨਮ ਹੀ ਕਿਉਂ ਦਿੱਤਾ। ਬਾਂਝਾ ਕਹਿੰਦੇ ਨੇ ਜਿਸ ਮਾਂ ਦੇ ਕੁੱਖੋਂ ਬੱਚਾ ਪੈਦਾ ਨਹੀਂ ਹੁੰਦਾ, ਉਹਨੂੰ ਆਪਾਂ ਬਾਂਝ ਕਹਿੰਦੇ ਹਾਂ, ਸੋ ਬੱਚੇ ਨੂੰ ਜਨਮ ਨਾ ਦੇ ਸਕਦੀ ਹੋਵੇ। ਫਿਰ ਮਹਾਰਾਜ ਕਹਿੰਦੇ ਹਨ ਕਿ ਇਹੋ ਜਿਹੀਆਂ ਮਾਵਾਂ ਬਾਂਝ ਹੀ ਕਿਉਂ ਨਹੀਂ ਰਹੀਆਂ, ਉਹਨਾਂ ਨੇ ਇਹੋ ਜਿਹੇ ਬੱਚਿਆਂ ਨੂੰ ਜਨਮ ਹੀ ਕਿਉਂ ਦਿੱਤਾ ਜੋ ਉਸ ਹਰੀ ਪਰਮਾਤਮਾ ਦਾ ਨਾਮ ਜਨਮ ਲੈ ਕੇ ਇਸ ਸੰਸਾਰ ਦੇ ਵਿੱਚ ਜਨਮ ਧਾਰ ਕੇ ਮਾਂ ਦੀ ਪੇਟ ਤੋਂ ਉਸ ਨਿਰੰਕਾਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਨਹੀਂ। ਇਹੋ ਜਿਹੇ ਪ੍ਰਾਣੀ ਨੂੰ ਜਨਮ ਦੇਣ ਤੋਂ ਦੀ ਬਜਾਏ ਉਹ ਮਾਵਾਂ ਜਿਹੜੀਆਂ ਉਹ ਬਾਂਝ ਹੀ ਕਿਉਂ ਨਾ ਰਹੀਆਂ, ਭਾਵ ਜਨਮ ਦੇਣਾ ਨਹੀਂ ਸੀ ਚਾਹੀਦਾ। ਇਹੋ ਜਿਹੇ ਜੋ ਪ੍ਰਾਣੀ ਇਸ ਸੰਸਾਰ ਦੇ ਵਿੱਚ ਜਨਮ ਧਾਰ ਕੇ ਉਸ ਹਰੀ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ। ਮਹਾਰਾਜ ਕਹਿੰਦੇ ਤਿਨ ਸੁੰਝੀ ਦੇਹ ਫਿਰੈ ਬਿਨ ਨਾਵੈ, ਭਈ ਖੱਪ ਖੱਪ ਮੋਏ ਕਰਾਂਝਾ। ਮਹਾਰਾਜ ਕਹਿੰਦੇ ਹਨ ਜਿਹਦੇ ਹਿਰਦੇ ਦੇ ਵਿੱਚ, ਜਿਸ ਪ੍ਰਾਣੀ ਦੀ ਇਸ ਬਾਡੀ 'ਚ ਇਸ ਜੋ ਢਾਂਚਾ, ਜੋ ਭਾਂਡਾ ਹੈ, ਨਾਮ ਰੂਪੀ ਪਦਾਰਥ ਜਿਹਨੇ ਇਸ ਵਿੱਚ ਨਹੀਂ ਪਾਇਆ, ਮਹਾਰਾਜ ਕਹਿੰਦੇ ਫਿਰ ਉਹ ਸੁੰਝੀ ਦੇਹ ਇਸ ਸੰਸਾਰ ਵਿੱਚ। ਆਪਾਂ ਘਰ ਵੇਖਦੇ ਹਾਂ,
ਸੁੰਜਾ ਕਹਿੰਦੇ ਜਿਹੜਾ ਖਾਲੀ ਹੋਵੇ, ਜਿੱਥੇ ਕੋਈ ਕਿਸੇ ਦਾ ਕੋਈ ਵਾਸ ਨਾ ਹੋਵੇ। ਆਪਾਂ ਵੇਖਦੇ ਹਾਂ ਘਰ ਜਿੰਨੀ ਮਰਜ਼ੀ ਸੁੰਦਰ ਇਮਾਰਤ ਹੋਵੇ, ਜਿੰਨਾ ਮਰਜ਼ੀ ਸੁੰਦਰ ਘਰ ਹੋਵੇ, ਮੈਂ ਵੇਖਿਆ ਦੁਆਬੇ ਵਿੱਚ, ਇਹ ਮਾਲਵੇ ਦੇ ਵਿੱਚ, ਜਾਂ ਹੋਰ ਵੀ ਜਿੱਥੇ ਜਿੱਥੇ ਲੋਕ ਆਪਾਂ ਘਰਾਂ ਦੇ ਵਿੱਚ ਬਹੁਤ ਬਹੁਮੁੱਲੀਆਂ ਕੋਠੀਆਂ, 2-2 ਕਨਾਲ, ਅੱਧੇ-ਅੱਧੇ ਕਿੱਲੇ, ਕਈ ਹੋਰ ਵੀ ਇਸ ਤੋਂ ਵੱਡੀਆਂ, ਪਰ ਉੱਥੇ ਕੋਈ ਜੀਵ ਰਹਿੰਦਾ ਨਹੀਂ। ਜਿੰਦਰੇ ਕੁੰਡੇ ਲਾ ਕੇ ਸਭ ਕੋਈ ਵਿਦੇਸ਼ਾਂ ਵਿੱਚ ਰਹਿੰਦਾ। ਉਹ ਸੁੰਜੇ ਘਰ ਹਨ। ਸੁੰਜੇ ਘਰ ਜਿੱਥੇ ਕੋਈ ਵਾਸ ਨਾ ਹੋਵੇ, ਉਹਨੂੰ ਸੁੰਜਾ ਘਰ ਕਹਿੰਦੇ ਆ, ਖਾਲੀ। ਇਸੇ ਤਰ੍ਹਾਂ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਇਹ ਦੇਹ ਵੀ ਉੱਦਾਂ ਦੀ ਸੁੰਜੀ ਹੈ ਜਿਹਦੇ ਵਿੱਚ ਉਸ ਹਰੀ ਪਰਮਾਤਮਾ ਦਾ ਨਾਮ ਨਹੀਂ। ਜੇ ਉਹਦਾ ਵਾਸਾ ਨਹੀਂ ਸਾਡੇ ਮਨ ਦੇ ਵਿੱਚ ਉਸ ਹਰੀ ਪਰਮਾਤਮਾ ਦੇ ਨਾਮ ਦਾ, ਫਿਰ ਮਹਾਰਾਜ ਕਹਿੰਦੇ ਇਹ ਨਾਮ ਤੋਂ ਬਗੈਰ ਜਿਹੜੀ ਉਹ ਸੁੰਜੀ ਦੇ ਤੁਰੀ ਫਿਰਨ ਡਈ। ਫਿਰ ਖੱਪ ਖੱਪ ਮੋਏ ਕਰਾਂਝਾ। ਕਰਾਂਝਾ ਕਹਿੰਦੇ ਆ ਬਿਲਕੁਲ ਕੋਈ ਸੁੰਗੜ ਜਾਣਾ, ਕਿਸੇ ਚੀਜ਼ ਦਾ ਕਰੰਗ ਜਿਹਾ ਬਣ ਜਾਣਾ, ਖੱਪ ਖੱਪ ਕੇ ਬੰਦੇ ਦਾ ਸਰੀਰ ਆਪੇ ਦੇਹ ਜਿਹੜੀ ਹੈ ਉਹ ਤੁਰਨ ਫਿਰਨ ਤੋਂ ਵੀ ਜਿਹੜੀ ਉਹ ਵਿਅਰਥ ਚਲੀ ਜਾਣੀ, ਜਾਂ ਤੁਰ ਫਿਰਨ ਜੋਗੇ ਨਹੀਂ ਰਹਿਣਾ। ਮਹਾਰਾਜ ਕਹਿੰਦੇ ਫਿਰ ਉਹ ਖੱਪ ਖੱਪ ਕੇ ਇਸ ਸੰਸਾਰ ਦੇ ਵਿੱਚ ਆਪਣੀ ਵੱਲੋਂ ਤੇ ਉਹ ਕਹਿੰਦੇ ਅਸੀਂ ਆਪਾਂ ਬਹੁਤ ਕੰਮ ਕਰ ਰਹੇ ਹਾਂ, ਪਰ ਕੰਮ ਉਹਨਾਂ ਕੀ ਕਰਨਾ ਜੇ ਨਾਮ ਨਹੀਂ ਮਨ ਦੇ ਵਿੱਚ, ਤੇ ਫਿਰ ਹਾਏ ਹਾਏ ਕਰਦੇ ਰਹਿੰਦੇ ਆ। ਖੱਪ ਖੱਪ ਕੇ ਇੱਧਰ ਕੰਮ 'ਚ ਕੋਈ ਪੂਰੀ ਨਹੀਂ ਪੈਣੀ, ਮਨ ਦੇ ਵਿੱਚ ਆ ਸ਼ਾਂਤੀ ਰਹਿਣੀ, ਤੇ ਸਰੀਰ ਹਮੇਸ਼ਾ ਹੀ ਜਿਹੜਾ ਹੈ ਉਹ ਜਲਨ ਦੇ ਵਿੱਚ ਰਹਿੰਦਾ, ਤੇ ਉਹ ਹਮੇਸ਼ਾ ਹੀ ਲੋਕ ਸਭ ਕੁਝ ਹੁੰਦਿਆਂ ਹੋਇਆਂ ਵੀ ਖੱਪਦੇ ਤੇ ਤਪਦੇ ਰਹਿੰਦੇ ਹਨ। ਮਹਾਰਾਜ ਸਾਨੂੰ ਫਿਰ ਨਾਮ ਦੀ ਜਿਹੜੀ ਹੈ ਅਵਸਥਾ ਦੱਸਦੇ ਹਨ ਕਿ ਨਾਮ ਜਿਹੜਾ ਹੈ ਸਾਨੂੰ ਮਨ ਦੇ ਵਿੱਚ ਜਿਹੜਾ ਉਹ ਹਿਰਦੇ ਵਿੱਚ ਵਸਾ ਕੇ ਜਿਹੜਾ ਰੱਖਣਾ ਉਹ ਬਹੁਤ ਜ਼ਰੂਰੀ ਹੈ। ਮਨੁੱਖਾ ਜਨਮ ਵਿੱਚ ਨਾਮ ਜਪਣ ਦਾ ਜੋ ਕਾਰਜ ਹੈ ਉਹ ਮਨੁੱਖ ਦੇ ਕੰਮ ਆਉਣ ਵਾਲੀ ਸ਼ੈ ਹੈ, ਚੀਜ਼ ਹੈ। ਕਿਉਂ ਕਿ ਨਾਮ ਦੇ ਆਸਰੇ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ, ਸਾਡਾ ਮਨ ਤੇ ਤਨ ਦੋਵੇਂ ਪਵਿੱਤਰ ਹੁੰਦੇ। ਉਸ ਨਿਰੰਕਾਰ ਨਾਲ ਜੁੜਨ ਵਾਸਤੇ, ਉਸ ਨਿਰੰਕਾਰ ਤੱਕ ਪਹੁੰਚ ਰੱਖਣ ਵਾਸਤੇ ਸਾਨੂੰ ਇੱਕ ਬਹੁਤ ਵਧੀਆ ਤੇ ਸ੍ਰੇਸ਼ਟ ਤੇ ਪਵਿੱਤਰ ਜਿਹੜਾ ਹੈ ਉਹ ਸਾਧਨ ਤੇ ਪੌੜੀ ਜਿਹੜੀ ਹੈ ਉਹ ਮਿਲਦੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਇਸ ਪ੍ਰਥਾਏ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਵੇਖਦੇ ਹਾਂ ਕਿ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿੰਨੇ ਵੀ ਕਾਰਜ ਅਸੀਂ ਮਹਾਰਾਜ ਕਹਿੰਦੇ ਅਸੀਂ ਕਰਦੇ ਹਾਂ ਇਹ ਤੇਰੇ ਕਿਸੇ ਕੰਮ ਨਹੀਂ ਆਉਣੇ। ਸੰਸਾਰ 'ਚ ਅਸੀਂ ਵੇਖਦੇ ਹਾਂ ਮਹਾਰਾਜ ਕਹਿੰਦੇ ਗੁਰੂ ਬਾਣੀ ਵਿੱਚ ਕਿ ਮਾਤ ਪਿਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਅੰਤ ਵਿੱਚ ਇਹ ਸਾਰੇ ਹੀ ਰਿਸ਼ਤੇ ਜਿੰਨੇ ਵੀ ਮਹਾਰਾਜ ਨੇ ਗਿਣਾਏ ਹਨ ਬਾਣੀ ਦੇ ਵਿੱਚ ਜਾਂ ਸੰਸਾਰ 'ਚ ਆਪਾਂ ਵੇਖਦੇ ਹਾਂ, ਇਹ ਸਾਰੇ ਰਿਸ਼ਤੇ ਮਹਾਰਾਜ ਕਹਿੰਦੇ ਇਹਨਾਂ 'ਚੋਂ ਕੋਈ ਵੀ ਸਾਡੇ ਨਾਲ ਜਾਣ ਵਾਲਾ ਨਹੀਂ, ਕੋਈ ਵੀ ਸਾਡਾ ਸਹਾਈ ਨਹੀਂ ਬਣੇਗਾ। ਫਿਰ ਮਹਾਰਾਜ ਕਹਿੰਦੇ ਹਨ ਕਿ ਇਹ ਕਾਜ ਵੀ ਜਿੰਨੇ ਕਾਰਜ ਕਰਦੇ ਹਾਂ ਸੰਸਾਰ 'ਚ ਰਹਿੰਦੇ ਹਾਂ ਇਹ ਤੇਰੇ ਕਿਸੇ ਵੀ ਕੰਮ ਕੋਈ ਵੀ ਨਹੀਂ ਆਉਣਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਕਿਤੇ ਵੀ ਤੇਰੇ ਇਹ ਕੰਮ ਆਉਣ ਵਾਲਾ ਕੋਈ ਨਹੀਂ। ਜਹ ਮਾਤ ਪਿਤਾ ਸੁਤਮੀਤ ਨ ਭਾਈ, ਤਹਾਂ ਨਾਮ ਉਹਾਂ ਨਾਮ ਤੇਰੇ ਸੰਗ ਸਹਾਈ। ਨਾਮ ਉੱਥੇ ਵੀ ਤੇਰੇ ਸਹਾਈ ਹੋਏਗਾ ਜਿੱਥੇ ਤੇਰੇ ਮਾਤ ਪਿਤਾ ਭਰਾ ਭੈਣ ਭਰਾ ਨਹੀਂ ਜਾ ਸਕਦੇ, ਪਹੁੰਚ ਨਹੀਂ ਸਕਦੇ, ਜਾਂ ਤੇਰੇ ਨਾਲ ਨਹੀਂ ਹੋਣਗੇ। ਮਹਾਰਾਜ ਕਹਿੰਦੇ ਉੱਥੇ ਵੀ ਤੇਰੇ ਨਾਮ ਜਿਹੜਾ ਉਹ ਹਰ ਵੇਲੇ ਸਾਥ ਰਹੇਗਾ। ਇਸੇ ਕਰਕੇ ਮਹਾਰਾਜ ਕਹਿੰਦੇ ਆ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਵਿੱਚ ਜਿਵੇਂ ਆਪਾਂ ਸਾਰੇ ਹੀ ਇਹ ਇੱਕ ਓਂਕਾਰ ਸੇਵਾ ਐਪ ਦੇ ਰਾਹੀਂ ਜੋ ਆਪਾਂ ਵੇਖਦੇ ਹਾਂ ਕਿ ਉਹ ਮਹਾਨ ਹਸਤੀ
ਭਾਈ ਸਾਹਿਬ ਭਾਈ ਰਾਜ ਕੁਮਾਰ ਜੀ, ਜਿਨ੍ਹਾਂ ਨੇ ਇਹ ਬਹੁਤ ਮਹਾਨ ਉਪਰਾਲਾ ਕਰਕੇ ਅੱਜ ਭਾਵੇਂ ਕਿ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹਨ, ਪਰ ਇੱਕ ਨਾਮ ਸੀ। ਮੈਨੂੰ ਉਹਨਾਂ ਦੀ ਲੇਖਣੀ ਵੇਖਣ ਦਾ ਮੌਕਾ ਮਿਲਿਆ ਕਿ ਉਹਨਾਂ ਨੇ ਵਾਹਿਗੁਰੂ 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 ਦਾ ਜੋ ਜਾਪ ਕਰਨ ਦਾ ਉਹਨਾਂ ਨੇ ਉਸ ਨਿਰੰਕਾਰ ਨੂੰ ਜਾਪ ਕਰਨ ਵਾਸਤੇ, ਉਸ ਨਿਰੰਕਾਰ ਨੂੰ ਮਨ 'ਚ ਵਸਾਉਣ ਵਾਸਤੇ ਜੋ ਦੀਵਾ ਜਗਾ ਕੇ ਗਏ, ਜੋ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਕਰਕੇ ਗੁਰਦੁਆਰਾ ਸਾਹਿਬ ਬਣਾ ਕੇ ਪਿੰਡ ਰੌੜੀਆਂ ਵਿੱਚ ਜੋ ਮਹਾਨ ਉਪਰਾਲਾ ਕੀਤਾ, ਮੈਂ ਸਮਝਦਾ ਕਿ ਇਹ ਜੋ ਤੁਕ, ਜੋ ਸ਼ਬਦ ਮਹਾਰਾਜ ਸਾਨੂੰ ਫਰਮਾਨ ਕਰਵਾ ਰਹੇ ਹਨ, ਜੋ ਸੰਦੇਸ਼ ਦੇ ਰਹੇ ਹਨ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਉਹਨਾਂ ਦਾ ਬਹੁਤ ਵੱਡਾ ਇੱਕ ਉਪਰਾਲਾ ਸੀ। ਤੇ ਇਹ ਉਪਰਾਲਾ ਉਹ ਤਾਂ ਹੀ ਕਰ ਸਕੇ ਜੇਕਰ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ। ਵਿਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਨੇ ਆਪਣੀ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਇਹ ਬਹੁਤ ਵੱਡਾ ਉਪਰਾਲਾ ਕਰਕੇ ਸੋਹਣਾ ਮੰਦਰ, ਸੋਹਣਾ ਗੁਰਦੁਆਰਾ ਬਣਾ ਕੇ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ, ਜੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਨਾਮ ਸਿਮਰਨ ਕਰਨ ਵਾਸਤੇ ਸੰਗਤਾਂ ਨੂੰ ਮਿਲ ਬੈਠ ਕੇ ਉਸ ਪ੍ਰਭੂ ਪਰਮਾਤਮਾ ਨੂੰ ਕੇਵਲ ਭਜ ਕੇਵਲ ਨਾਮ, ਉਸ ਪ੍ਰਭੂ ਪਰਮਾਤਮਾ ਦਾ ਕੇਵਲ ਤੇ ਕੇਵਲ ਨਾਮ ਸਿਮਰਨ ਕਰਨ ਵਾਸਤੇ ਸਾਧ ਸੰਗਤ ਵਿੱਚ ਬੈਠ ਕੇ, ਭਾਵੇਂ ਐਪ ਦੇ ਜ਼ਰੀਏ ਮਾਧਿਅਮ ਰਾਹੀਂ, ਤੇ ਜੋ ਸੰਗਤਾਂ ਉੱਥੇ ਵੀ ਜੁੜ ਕੇ ਬੈਠਦੀਆਂ ਹਨ, ਉੱਥੇ ਵੀ ਨਾਮ ਸਿਮਰਨ 12 ਮਹੀਨੇ 24 ਘੰਟੇ ਜਿਹੜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਹੋ ਕੇ ਇਹ ਕਾਜ ਨੂੰ ਜਿਹੜਾ ਉਹ ਕਰ ਰਹੇ ਹਨ। ਸੋ ਇਸੇ ਕਰਕੇ ਮਹਾਰਾਜ ਕਹਿੰਦੇ ਹਨ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਗੈਰ ਜਿੰਨੇ ਵੀ ਤੇਰੇ ਅਵਰ ਕਾਜ, ਜਿੰਨੇ ਵੀ ਤੂੰ ਬਾਕੀ ਕੰਮ ਕਰੇਗਾ, ਮਹਾਰਾਜ ਕਹਿੰਦੇ ਉਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਹਨ। ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਮਹਾਰਾਜ ਕਹਿੰਦੇ ਹਨ ਕਿ ਜਿੱਥੇ ਮਾਤ ਪਿਤਾ ਸੁੱਤ ਮੀਤ ਭਾਈ ਇਹ ਸਾਰੇ ਨਾਲ ਨਹੀਂ ਤੇਰੇ ਹੋਣਗੇ, ਉੱਥੇ ਮਹਾਰਾਜ ਕਹਿੰਦੇ ਹਨ ਤੇਰੇ ਇਹ ਜਿਹੜਾ ਨਾਮ ਹੈ, ਉੱਥੇ ਤੇਰਾ ਨਾਮ, ਇਹ ਨਾਮ ਜਿਹੜਾ ਉੱਥੇ ਵੀ ਤੇਰਾ ਸਹਾਈ ਜਿਹੜਾ ਉਹ ਹੋਵੇਗਾ। ਮਹਾਰਾਜ ਕਹਿੰਦੇ ਜਿੱਥੇ ਮਹਾ ਭਿਆਨ, ਜਿੱਥੇ ਕੋਈ ਪਹੁੰਚ ਨਹੀਂ ਸਕੇਗਾ, ਜਿੱਥੇ ਹਨੇਰਾ ਹੀ ਹਨੇਰਾ, ਜਿੱਥੇ ਭਾਵ ਸਾਨੂੰ ਇੰਨਾ ਡਰਾਉਣਾ ਦ੍ਰਿਸ਼ ਹੋਵੇਗਾ, ਮਹਾਰਾਜ ਕਹਿੰਦੇ ਹਨ ਜਿੱਥੇ ਦੂਤ ਤੇ ਜਮਾਂ ਦਾ ਵੀ ਵਾਸਾ ਹੋਵੇਗਾ, ਜਿੱਥੇ ਸਾਨੂੰ ਉੱਥੇ ਦੋਜ਼ਖ ਵਿੱਚ ਜਾਂ ਜਮ ਦਾ ਡਰ, ਇਹ ਸਾਰੀ ਚੀਜ਼ਾਂ ਉੱਥੇ ਹੋਣਗੀਆਂ। ਮਹਾਰਾਜ ਕਹਿੰਦੇ ਉੱਥੇ ਵੀ ਜੇ ਤੂੰ ਤਹਿ ਕੇਵਲ ਨਾਮ ਸੰਗ ਤੇਰੇ ਚੱਲੇ, ਉਹ ਹਰੀ ਪਰਮਾਤਮਾ ਦਾ ਨਾਮ ਜਦੋਂ ਤੂੰ ਸਿਮਰਨ ਕਰੇਗਾ, ਇਹ ਵੀ ਤੇਰੇ ਨਾਲ ਉੱਥੇ ਵੀ ਤੇਰੀ ਜਿਹੜੀ ਆ ਉਹ ਸਹਾਇਤਾ ਕਰੇਗਾ। ਕੇਵਲ ਨਾਮ ਹੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਹਰ ਥਾਂ 'ਤੇ ਹਰ ਵੇਲੇ ਜਿਹੜੀ ਹੈ ਉਹ ਤੇਰੀ ਸਹਾਈ ਹੋ ਸਕਦੀ ਹੈ। ਸੋ ਨਾਮ ਸਿਮਰਨ ਦਾ ਜਿਹੜਾ, ਨਾਮ ਜਪਣ ਦਾ ਜਿਹੜਾ ਦੂਜਾ ਸਿਧਾਂਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ, ਉਹ ਆਪਾਂ ਵੇਖਦੇ ਹਾਂ ਕਿ ਜਿੰਨਾ ਚਿਰ ਤੱਕ ਅਸੀਂ ਕਿਰਤ ਦੇ ਨਾਲ, ਸੱਚੀ ਕਿਰਤ ਸੁਕਿਰਤ ਕਰਨ ਦੇ ਨਾਲ, ਦੂਸਰਾ ਸਿਧਾਂਤ ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਕਿ ਕੇਵਲ ਤੇ ਕੇਵਲ ਨਾਮ ਜਿਹੜਾ ਜਪਣਾ, ਇਹੀ ਇੱਕ ਅਸਲੀ ਸੱਚਾ ਤੇ ਸੁੱਚਾ ਜਿਹੜਾ ਸਾਡਾ ਜੀਵਨ ਜੇਕਰ ਅਸੀਂ ਬਿਤਾਉਣਾ ਚਾਹੁੰਦੇ ਹਾਂ, ਸੰਸਾਰ ਵਿੱਚ ਰਹਿੰਦੇ ਹਾਂ, ਆਪਣਾ ਲੋਕ ਤੇ ਪਰਲੋਕ ਸੰਵਾਰਨਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ, ਨਾਮ ਨੂੰ ਆਪਣੇ ਮਨ ਦਾ ਤੇ ਤਨ ਦਾ ਧਾਰਨੀ ਬਣਾ ਕੇ, ਫਿਰ ਸਾਨੂੰ ਆਪਣਾ ਜਿਹੜਾ ਉਹ ਜੀਵਨ ਜਿਉਣਾ ਪਵੇਗਾ। ਤੇ ਮਹਾਰਾਜ ਜੀ ਦਾ ਹੁਕਮ ਹੈ ਕਿ ਤੈਸੀ ਵਸਤ ਵਿਸਾਹੀਏ,
ਜੈਸੀ ਨਿਭ ਹੈ ਨਾਲ। ਮਹਾਰਾਜ ਕਹਿੰਦੇ ਵੀ ਉਹੋ ਜਿਹੀ ਵਸਤੂ ਨੂੰ, ਉਹੋ ਜਿਹੀ ਚੀਜ਼ ਨੂੰ ਅਸੀਂ ਆਪਣੇ ਮਨ ਦਾ ਜਿਹੜਾ ਹੈ ਉਹ ਆਧਾਰ ਬਣਾਈਏ, ਜਿਹੜੀ ਹਮੇਸ਼ਾ ਸਾਡੇ ਨਾਲ ਨਿਭਣ ਵਾਲੀ ਹੋਵੇ। ਅਤੇ ਉਹ ਕੇਵਲ ਅਤੇ ਕੇਵਲ ਉਹ ਵਸਤੂ ਹੈ, ਨਾਮ ਰੂਪੀ ਵਸਤੂ, ਜਿਹੜੀ ਆਪਣੇ ਮਨ 'ਚ ਅਸੀਂ ਧਾਰਨੀ ਬਣਾ ਕੇ ਜਿਹੜੀ ਸਾਡੇ ਨਾਲ ਜਾ ਸਕਦੀ ਹੈ। ਸੋ ਮਹਾਰਾਜ ਸਾਨੂੰ ਇਹ ਕਾਰ ਕਰਕੇ ਆਪਣੇ ਮੂਲ ਨਾਲ ਜੁੜਨ ਲਈ ਸਾਨੂੰ ਹੁਣ ਜਿਹੜਾ ਹੈ ਉਹ ਯਤਨਸ਼ੀਲ ਰਹਿਣਾ ਚਾਹੀਦਾ ਹੈ। ਨਾਮ ਜਪ ਕੇ ਆਪਣੇ ਅਮੀਰ ਵਿਰਸੇ ਦੇ ਸਾਨੂੰ ਜਿਹੜਾ ਹੈ ਉਹ ਭਾਈਵਾਲ ਬਣਨਾ ਚਾਹੀਦਾ। ਇਹ ਤਾਂ ਹੀ ਅਸੀਂ ਭਾਈਵਾਲ ਬਣ ਸਕਾਂਗੇ ਜੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਦੂਸਰੇ ਸਿਧਾਂਤ ਨੂੰ, ਨਾਮ ਜਪਣ ਦੇ ਸਿਧਾਂਤ ਨੂੰ ਅਸੀਂ ਭਾਲ ਕੇ, ਲੱਭ ਕੇ, ਸੰਸਾਰ ਵਿੱਚ ਸੰਗਤ ਵਿੱਚ ਬੈਠ ਕੇ ਉਹ ਨਿਰੰਕਾਰ ਦੁਆਰਾ ਬਖਸ਼ੇ ਸਿਧਾਂਤ, ਉਸ ਨਿਰੰਕਾਰ ਨਾਲ ਜੁੜਨ ਵਾਸਤੇ ਜੋ ਇਹ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਦੇ ਨਾਲ ਜੁੜ ਕੇ ਅਸੀਂ ਇਸ ਆਪਣੇ ਨਾਮ ਜਪਣ ਦੇ ਵਿਰਸੇ ਨੂੰ ਆਧਾਰ ਬਣਾ ਕੇ ਉਸ ਨਿਰੰਕਾਰ ਤੱਕ ਪਹੁੰਚਿਆ ਜਾ ਸਕਦਾ ਹੈ। ਮਹਾਰਾਜ ਜੀ ਨੇ ਤੀਜਾ ਸਿਧਾਂਤ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਹੈ ਵੰਡ ਕੇ ਛਕਣ ਦਾ। ਪ੍ਰਾਣੀ ਮਾਤਰ ਪ੍ਰਭੂ ਪਰਮਾਤਮਾ ਜਦੋਂ ਸਾਨੂੰ ਇਹ ਪ੍ਰਾਣੀ ਸੰਸਾਰ 'ਚ ਭੇਜਦਾ ਤੇ ਇਹਦੀ ਬਿਰਤੀ ਇੱਦਾਂ ਦੀ ਹੈ ਕਿ ਪ੍ਰਭੂ ਪਰਮਾਤਮਾ ਨੂੰ ਜਦੋਂ ਅਸੀਂ ਸਿਮਰਨ ਕਰ ਲਿਆ, ਕਿਰਤ ਕਰ ਲਈ, ਮਹਾਰਾਜ ਨੇ ਸਾਨੂੰ ਇਹ ਸਭ ਤੋਂ ਵੱਡੀ ਜਿਹੜੀ ਹੈ ਵੰਡ ਕੇ ਛਕਣ ਦੀ ਵੀ ਸਾਨੂੰ ਜਿਹੜਾ ਉਹ ਸਿਧਾਂਤ ਅਪਣਾਉਣ ਦੀ ਜਾਚ ਦੱਸੀ। ਜੇ ਵੰਡ ਕੇ ਹੀ ਨਹੀਂ ਛਕਦੇ, ਵੰਡ ਕੇ ਛਕਣਾ, ਵੰਡ ਕੇ ਤੇ ਨਾਮ ਵੀ ਵੰਡ ਕੇ ਛਕਿਆ ਜਾ ਸਕਦਾ, ਕਿਰਤ ਵੀ ਵੰਡ ਕੇ ਛਕੀ ਜਾ ਸਕਦੀ। ਅਸੀਂ ਨਾਮ ਆਪ ਹੀ ਜਪੀ ਜਾਈਏ, ਨਾਮ ਅਸੀਂ ਮਨ 'ਚ ਵਸਾ ਕੇ ਆਪਣੇ ਨੂੰ, ਅਸੀਂ ਜੋ ਸਾਡਾ ਲੋਕਾਂ ਨੂੰ ਜਪਾਉਂਦੇ ਨਹੀਂ, ਦੂਜਿਆਂ ਨੂੰ ਸੰਗਤ ਵਿੱਚ ਬੈਠ ਕੇ ਸਿਮਰਨ ਨਹੀਂ ਕਰਾਉਂਦੇ, ਤੇ ਇਹ ਨਾਮ ਵੀ ਜਿਹੜਾ ਹੈ ਉਹ ਵੰਡਣ ਵਾਲਾ ਹੈ। ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਘਾਲ ਖਾਏ ਕਿ ਛੱਥੋ ਦੇ, ਨਾਨਕ ਰਾਹ ਪਛਾਣੇ ਸੇ। ਜੇ ਅਸੀਂ ਘਾਲ ਦੀ ਕਮਾਈ ਕਿਰਤ ਵਿਰਤ ਕਰਦੇ ਹਾਂ, ਫਿਰ ਜੇ ਅਸੀਂ ਵੰਡ ਕੇ ਨਹੀਂ ਛਕਦੇ, ਉਹਨੂੰ ਅਸੀਂ ਅੱਗੇ ਆਪਣੇ ਜੀਵਨ ਦੇ ਵਿੱਚ ਧਾਰਨੀ ਬਣਾ ਕੇ ਉਹਨੂੰ ਆਪਣਾ ਆਧਾਰ ਬਣਾਉਂਦੇ ਹੋਏ ਇਸ ਨੇਕ ਕਮਾਈ 'ਚੋਂ, ਇਸ ਘਾਲ ਦੀ ਕਮਾਈ ਵਿੱਚੋਂ ਵੰਡ ਕੇ ਨਹੀਂ ਛਕਦੇ, ਤਾਂ ਮਹਾਰਾਜ ਕਹਿੰਦੇ ਹਨ ਕਿ ਫਿਰ ਸਾਡਾ ਜਿਹੜਾ ਰਾਹ ਹੈ, ਦਰਸਾਰਾ ਜਿਹੜਾ ਰਾਹ ਦਰਸਾਰਾ ਨਹੀਂ ਬਣੇਗਾ। ਉਹ ਪ੍ਰਭੂ ਪਰਮਾਤਮਾ ਤਾਂ ਹੀ ਸਾਡਾ ਰਾਹ ਪਛਾਣੇਗਾ ਜੇਕਰ ਅਸੀਂ ਆਪਣੀ ਕਿਰਤ ਕਮਾਈ, ਘਾਲ ਕਮਾਈ 'ਚੋਂ ਵੰਡ ਕੇ ਛਕਾਂਗੇ। ਇਹ ਨਹੀਂ ਕਿ ਆਪਾਂ ਚੋਰੀ ਦੀ ਕਮਾਈ ਕੀਤੀ ਹੋਵੇ ਤੇ ਉਹਨੂੰ ਹੀ ਆਪਾਂ ਵੰਡਣ ਲੱਗ ਜਾਈਏ, ਉਹ ਨਹੀਂ ਹੋਏਗਾ। ਮਹਾਰਾਜ ਕਹਿੰਦੇ ਹਨ ਘਾਲ ਖਾਏ ਸੁਕਿਰਤ ਕਰੈ, ਵੱਡਾ ਹੋਏ ਨਾ ਆਪ ਗਣਾਏ। ਮਹਾਰਾਜ ਕਹਿੰਦੇ ਜਿਹੜੀ ਸੁਕਿਰਤ ਹੈ, ਸੱਚੀ ਕਿਰਤ ਹੈ ਜਿਹੜੀ, ਉਹ ਕਰਨੀ ਹੈ, ਉਹਦੇ ਵਿੱਚੋਂ ਵੰਡ ਕੇ ਛਕਣਾ ਹੈ। ਫਿਰ ਜੇ ਮਹਾਰਾਜ ਕਹਿੰਦੇ ਹਨ ਜੇ ਆਪਾਂ ਕਿਰਤ ਕਰ ਲਈ, ਸੁਕਿਰਤ ਕਰ ਲਈ, ਤੇ ਫਿਰ ਆਪਣੇ ਆਪ ਨੂੰ ਵੱਡਾ ਵੀ ਨਹੀਂ ਗਿਣਨਾ ਕਿ ਮੈਂ ਬਹੁਤ ਅਮੀਰ ਹਾਂ, ਮੇਰੇ ਵਰਗਾ ਤੇ ਹੋਰ ਸੰਸਾਰ ਦੇ ਵਿੱਚ ਕੋਈ ਹੈ ਨਹੀਂ। ਸੋ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਜੇ ਵੰਡ ਕੇ ਛਕਦੇ ਹਾਂ ਤਾਂ ਆਪਾਂ ਸਿੱਖੀ ਵਿਰਸੇ ਦੇ ਮਾਲਕ ਹਾਂ। ਜੇ ਵੰਡ ਛਕਣ ਦਾ ਸੁਭਾਅ ਪਰਪੱਕ ਨਹੀਂ ਹੋਇਆ ਤਾਂ ਫਿਰ ਆਪਾਂ ਨੂੰ ਇਹ ਪੜਚੋਲ ਕਰਕੇ ਵੰਡ ਛਕਣ ਦੇ ਮਾਰਗ ਨੂੰ ਅਪਣਾਉਣ ਦੀ ਲੋੜ ਹੈ। ਪੁਰਾਤਨ ਸਿੰਘ ਤਾਂ 3-3 ਦਿਨਾਂ ਦੇ ਭੁੱਖੇ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਆਵਾਜ਼ਾਂ ਮਾਰਦੇ ਸਨ ਅਤੇ ਲੋੜਵੰਦਾਂ ਨੂੰ ਛਕਾ ਕੇ ਆਪ ਛਕਦੇ ਸਨ। ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਦੇਤ ਆਵਾਜ਼ਾਂ ਭੁੱਖਾ ਕੋਈ, ਦੇਗ ਤਿਆਰ ਗੁਰੂ ਕੀ ਹੋਈ, ਉਸ ਸਮੇਂ ਵੈਰੀ ਕਿਸ ਆਵੈ, ਪਰਮ ਮੀਤ ਸਮ ਤੋਹੇ ਛਕਾਵੈ। ਮਹਾਰਾਜ ਕਹਿੰਦੇ ਜਦੋਂ ਸੰਸਾਰ 'ਚ ਆਪਾਂ ਵੇਖਦੇ ਹਾਂ ਪਿਛੋਕੜ ਆਪਣਾ ਇਤਿਹਾਸ, ਤੇ ਸਿੰਘ ਪ੍ਰਸ਼ਾਦਾ ਤਿਆਰ ਕਰਕੇ ਆਵਾਜ਼ਾਂ ਦਿੰਦੇ ਹੁੰਦੇ ਸੀ ਕਿ ਆ ਜਾਓ ਵੀ ਕਿਸੇ ਨੇ ਕੋਈ ਪ੍ਰਸ਼ਾਦਾ ਛਕਣਾ। ਅੱਜ ਵੀ ਆਪਾਂ ਵੇਖਦੇ ਹਾਂ
ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਕਿ ਆਪਾਂ ਪ੍ਰਸ਼ਾਦਾ ਛਕਦੇ ਹੋਈਏ ਜਾਂ ਛਕਣ ਲੱਗਦੇ ਹੋਈਏ ਤਾਂ ਇੱਕ ਦੂਜੇ ਨੂੰ ਅਸੀਂ ਜ਼ਰੂਰ ਸੁਲਾਹ ਮਾਰਦੇ ਹਾਂ ਕਿ ਆਓ ਜੀ ਆਪਾਂ ਪ੍ਰਸ਼ਾਦਾ ਛਕੋ, ਤੁਸੀਂ ਪਹਿਲਾਂ ਛਕੋ। ਇਹ ਸਾਡਾ ਸਿਧਾਂਤ, ਇਹ ਸਾਨੂੰ ਵਿਰਸੇ ਵਿੱਚ ਸਾਰਾ ਕੁਝ ਮਿਲਿਆ ਹੈ ਕਿ ਜੇਕਰ ਅਸੀਂ ਉਸ ਨਿਰੰਕਾਰ ਨੂੰ ਯਾਦ ਰੱਖਣਾ ਹੈ, ਉਸ ਨਿਰੰਕਾਰ ਦੇ ਅਸੀਂ ਸੇਵਾ ਦੇ ਪਾਤਰ ਬਣਨਾ ਹੈ ਤੇ ਸਾਨੂੰ ਇਹ ਵੰਡ ਕੇ ਛਕਣ ਦਾ ਸਿਧਾਂਤ ਉਸ ਨਿਰੰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਬਖਸ਼ਿਸ਼ ਕੀਤਾ ਹੈ, ਇਸ ਕਾਲ ਦੀ ਕਮਾਈ ਵਿੱਚੋਂ ਆਪਾਂ ਜਿਹੜਾ ਹੈ ਉਹ ਵੰਡ ਕੇ ਛਕਣ ਦਾ ਸਿਧਾਂਤ ਵੀ ਆਪਣੇ ਵਿਰਸੇ ਦੇ ਵਿੱਚ ਅਡਾਪਟ ਕਰਨਾ ਹੈ। ਇਹੀ ਸਿਧਾਂਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਜਿਹੜੀ ਲੰਗਰ ਦੀ ਪ੍ਰਥਾ ਜਿਹੜੀ ਅੱਜ ਪੂਰੇ ਸੰਸਾਰ ਦੇ ਵਿੱਚ ਚੱਲ ਰਹੀ, ਜਿਹੜੇ ਉਹਨਾਂ ਨੇ 20 ਰੁਪਏ ਦਾ ਵਪਾਰ ਕੀਤਾ, ਇਹ ਲੰਗਰ ਪ੍ਰਥਾ ਕਰਕੇ ਇਸ ਨੇਕ ਕਮਾਈ ਨੂੰ ਵੰਡ ਕੇ ਛਕਣ ਦਾ ਜੋ ਸਿਧਾਂਤ ਅੱਜ ਪੂਰੇ ਸੰਸਾਰ 'ਚ ਪ੍ਰਚਲਿਤ ਹੈ, ਆਓ ਆਪਾਂ ਸਾਰੇ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਸਿਧਾਂਤ ਜੋ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਧਾਰਨੀ ਬਣਾਈਏ। ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਧਾਰਨ ਕਰਕੇ ਉਸ ਨਿਰੰਕਾਰ ਨੂੰ ਯਾਦ ਰੱਖਦਿਆਂ ਨਾਮ ਸਿਮਰਨ ਕਰਾਂਗੇ, ਸਾਡੀ ਜਿਹੜੀ ਇਹ ਜੀਵਨ, ਸਾਡਾ ਲੋਕ ਤੇ ਪਰਲੋਕ ਦੋਵੇਂ ਹੀ ਸਵਰਨਗੇ, ਸਵਰ ਜਾਣਗੇ। ਸਾਡਾ ਮਨ ਤੇ ਤਨ ਦੋਵੇਂ ਪਵਿੱਤਰ ਹੋ ਜਾਣਗੇ। ਜਪਿਆ ਹੋਇਆ ਨਾਮ, ਕੀਤੀ ਹੋਈ ਕਾਲ ਕਮਾਈ, ਵੰਡ ਕੇ ਛਕਣ ਦਾ ਇਹ ਸਾਰਾ ਹੀ ਜਿਹੜਾ ਸਿਧਾਂਤ, ਇਹ ਸਾਹਿਬ ਦੁਆਰਾ ਬਖਸ਼ਿਆ ਸਾਡਾ ਜਿਹੜਾ ਉਹ ਸਫਲਾ ਹੋਵੇਗਾ। ਇਹ ਅੱਜ ਦੀ ਹਾਜ਼ਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਸਦਕਾ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੋ ਸੁਭਾਗ ਪ੍ਰਾਪਤ ਹੋਇਆ। ਸੇਵਾ ਕਰਦਿਆਂ, ਸਿਮਰਨ ਕਰਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਸ ਦਿੱਤੇ ਹੋਏ ਸਿਧਾਂਤ ਨੂੰ ਆਪ ਤੱਕ ਸਾਂਝੇ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਵੀ ਰਹੀਆਂ ਹੋਣਗੀਆਂ। ਅਣਜਾਣ ਸਮਝਦੇ ਹੋਏ ਸਾਧ ਸੰਗਤ ਉਹ ਹਰੀ ਪ੍ਰਮਾਤਮਾ ਵਾਹਿਗੁਰੂ ਬਖਸ਼ਣਯੋਗ ਹਨ, ਬਖਸ਼ ਲੈਣਾ। ਭੁੱਲਾਂ ਨੂੰ ਨਾ ਚਿਤਾਰਦੇ ਹੋਏ ਚੰਗੇ ਗੁਣ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਧਾਰਨੀ ਹੋਣ ਦੇ ਉਪਦੇਸ਼ ਦਿੱਤੇ ਹਨ, ਉਹਨਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲਾ ਕਰਦਿਆਂ ਹੋਇਆਂ ਦਾਸ ਨਾਲ ਫਤਿਹ ਦੀ ਸਾਂਝ ਪਾਉਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵਾਹਿਗੁਰੂ ਜੀ।